ਗੁੱਡ ਮੋਰਨਿੰਗ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਆਪਾਂ ਪੋਲਿਟੀ ਦਾ ਟੌਪਿਕ ਤੁਹਾਡੇ ਨਾਲ ਡਿਸਕਸ ਕਰਨਾ ਔਰ ਇਹਦੇ 'ਚ ਆਪਾਂ ਕੱਲ੍ਹ ਤੁਹਾਡੇ ਨਾਲ MCQ ਡਿਸਕਸ ਕੀਤੇ ਸੀ। ਉਹਦੇ 'ਚੋਂ ਆਪਾਂ ਜਿਹੜੇ ਟੌਪਿਕ ਦਾ MCQ ਆਇਆ ਸੀ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਕਵਰ ਕੀਤਾ। ਐਵੇਂ ਜਿਹੜੇ ਬਾਕੀ ਟੌਪਿਕ ਬਚਦੇ ਆ, ਨਾਲੇ ਤਾਂ ਤੁਹਾਡੀ MCQ ਦੀ ਰਿਵੀਜ਼ਨ ਹੋ ਜਾਣੀ ਆ ਔਰ ਨਾਲ ਹੀ ਉਹਦੇ ਵਿੱਚੋਂ ਜਿੰਨੇ ਫੈਕਟ ਹੋਰ ਬਣਨੇ ਆ ਉਹ ਵੀ ਤੁਹਾਡੇ ਕਲੀਅਰ ਬਿਲਕੁਲ ਹੁੰਦੇ ਜਾਣਗੇ। ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਬੱਚੇ ਐਂਡ ਤੱਕ ਜ਼ਰੂਰ ਦੇਖਣਾ। ਜਿਹੜੇ ਚੈਨਲ ਦੇ ਉੱਤੇ ਨਵੇਂ ਆ ਉਹ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ। ਅਤੇ ਜਿਨ੍ਹਾਂ ਨੇ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਦੈਨ ਉਹਨਾਂ ਨੂੰ ਪਲੀਜ਼ ਰਿਕੁਐਸਟ ਆ ਵੀ ਤੁਸੀਂ ਉਹ ਵੀਡੀਓਜ਼ ਨੂੰ ਪਹਿਲਾਂ ਇੱਕ ਵਾਰ ਜ਼ਰੂਰ ਦੇਖੋ, ਤਾਂ ਜੋ ਤੁਹਾਡਾ ਬੇਸ ਆ ਜਿਹੜਾ ਬਿਲਕੁਲ ਕਲੀਅਰ ਹੋ ਜੇ। ਤਾਂ ਬੱਚੇ ਇਹ ਵੀ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਜੇ ਉਹੀ ਦੇਖੋਗੇ ਤਾਂ ਆਹ ਵਾਲੀ ਵੀਡੀਓ ਤੁਹਾਨੂੰ ਤਾਂ ਹੀ ਸਮਝ ਆਊਗੀ। ਦੇਖੋ ਇਹ ਵੀ ਤੁਹਾਨੂੰ ਸਮਝ ਲੱਗੂਗੀ, ਪਰ ਜੇ ਉਹ ਕਲੀਅਰ ਹੋ ਜਾਣਗੀਆਂ ਦੈਨ ਇਹਦੇ 'ਚੋਂ ਤੁਸੀਂ 100% ਕਵਰ ਕਰੋਗੇ। ਜੇ ਉਹ ਨਹੀਂ ਤਾਂ ਤੁਸੀਂ 70 ਤੋਂ 80% ਤੱਕ ਇਹ ਚੀਜ਼ ਤੁਹਾਡੀ ਇੱਥੇ ਆ ਕੇ ਰੁਕ ਜਾਣੀ ਆ। ਤਾਂ ਉਹ ਵੀਡੀਓਜ਼ ਨੂੰ ਜ਼ਰੂਰ ਦੇਖ ਲਓ ਪਹਿਲਾਂ। ਬਾਕੀ ਜਿਹੜੇ ਨਵੇਂ ਆ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਵੀ ਇਹਨੂੰ ਸ਼ੇਅਰ ਕਰਨਾ। ਦੇਖੋ ਤੁਸੀਂ ਕਰੰਟ ਅਫੇਅਰ ਦਾ MCQ ਹੁੰਦੇ ਆ ਜਿਹੜੇ, ਉਹਨਾਂ ਨੂੰ ਵੀ ਤਰਜੀਹ ਦਿਆ ਕਰੋ। ਤਾਂ ਉਹ ਆਪਾਂ ਹੁਣ ਡਿਸਕਸ ਕਰਿਆ ਕਰਾਂਗੇ ਤੁਹਾਡੇ ਨਾਲ ਇੱਕ ਦੋ ਕੁਐਸਚਨ। ਤਾਂ ਇਹਦੇ 'ਚ ਆਇਆ ਕੁਐਸਚਨ ਵੀ 164ਵੀਂ ਵਿਜੇ ਉਤਸਵ ਫੰਕਸ਼ਨ ਹੋਇਆ ਅਤੇ ਉਹ ਕਿਹੜੇ ਫਰੀਡਮ ਫਾਈਟਰ ਦਾ ਸੀਗਾ, ਜਗਦੀਸ਼ਪੁਰ ਭੋਜਪੁਰ ਦੇ ਵਿੱਚ ਹੋਇਆ। ਠੀਕ ਆ, ਤਾਂ ਇਹਦਾ ਆਨਸਰ ਮੈਂ ਵੀਡੀਓ ਦੇ ਐਂਡ 'ਤੇ ਤੁਹਾਨੂੰ ਦਊਂਗਾ। ਇਹ ਤੋਂ ਬਿਨਾਂ ਇੱਕ ਕਰੰਟ ਦਾ ਮੁੱਦਾ ਆਪਣਾ ਦੇਖੋ, ਇੱਕ ਹੱਜ ਕਮੇਟੀ ਬਣਦੀ ਹੈ ਠੀਕ ਆ ਭਾਰਤ ਦੇ ਵਿੱਚ, ਜਿਹੜੀ ਕਿ ਇਹਦਾ ਸਾਰਾ ਦੇਖ ਰੇਖ ਕਰਦੀ ਹੈ ਹੱਜ ਯਾਤਰਾ ਦੀ। ਤਾਂ ਉਹਦੇ ਲਈ AP ਅਬਦੁਲ ਕੁਤੀ ਇਲੈਕਟਡ ਕੀਤੇ ਗਏ ਨੇ ਚੇਅਰਪਰਸਨ ਆਫ ਹੱਜ ਕਮੇਟੀ ਇਨ ਇੰਡੀਆ। ਤਾਂ ਇਸ ਵਾਰ ਖਾਸੀਅਤ ਕੀ ਆ, ਦੇਖੋ ਇੱਕ ਤਾਂ ਇਹ ਹੋਇਆ, ਬਾਕੀ 2 ਵੂਮਨ ਨੇ ਜਿਹੜੀਆਂ ਇਸ ਵਾਰ ਉਹ ਵਾਈਸ ਚੇਅਰਪਰਸਨ ਨੇ ਜਿਹੜੀਆਂ, ਉਹ ਇੱਕ ਤਾਂ ਹੈਗੀ ਆ ਮਹਫੂਜ਼ਾ ਖਾਤੂਨ ਔਰ ਇੱਕ ਹੈਗੀ ਆ ਮੁਨਾਵਰੀ ਬੇਗਮ। ਤਾਂ ਇਹ ਦੋ ਨੇ ਜਿਹੜਾ ਪਹਿਲੀ ਵਾਰ ਹੋਇਆ ਕਿ 2 ਵੂਮਨ ਵੀ ਵਾਈਸ ਚੇਅਰਪਰਸਨ ਦੇ ਵਜੋਂ ਅਪੁਆਇੰਟ ਕੀਤੀਆਂ ਗਈਆਂ। ਤਾਂ ਇਹ ਹੱਜ ਕਮੇਟੀ ਦੇ ਬਾਰੇ ਫੈਕਟ ਆ ਜਿਹੜਾ ਤੁਸੀਂ ਆਪਣੇ ਮਾਈਂਡ ਦੇ ਵਿੱਚ ਰੱਖਣਾ। ਔਰ ਇਹ ਕਿਹਦੇ ਅਧੀਨ ਆ, ਮਿਨਿਸਟਰੀ ਆਫ ਮਾਈਨੋਰਟੀ ਅਫੇਅਰਸ, ਨੋਡਲ ਮਿਨਿਸਟਰੀ ਆ ਇਹ ਇਹਦੀ। ਔਰ ਇਹ ਇੱਕ ਸਟੈਚੂਰੀ ਬੋਡੀ ਆ, ਹੱਜ ਕਮੇਟੀ ਇੱਕ ਸਟੈਚੂਰੀ ਬੋਡੀ ਆ ਅੰਡਰ ਦਾ ਮਿਨਿਸਟਰੀ ਆਫ ਮਾਈਨੋਰਟੀ ਅਫੇਅਰਸ। ਕਿਹੜੇ ਇਹਦੇ ਨਾਲ ਬਣਦੀ ਆ, ਸਬ ਸੈਕਸ਼ਨ 11 ਆਫ ਸੈਕਸ਼ਨ 4। ਸੈਕਸ਼ਨ 4 ਦੇ ਵਿੱਚ ਅੱਗੇ ਸਬ ਸੈਕਸ਼ਨ 11ਵਾਂ ਹੱਜ ਕਮੇਟੀ ਐਕਟ। ਤਾਂ ਇਹਦਾ ਐਕਟ ਆ, ਇਹ ਐਕਟ ਦੇ ਨਾਲ ਬਣਦੀ ਹੈ ਹੱਜ ਕਮੇਟੀ ਐਕਟ। ਕਿੰਨੇ ਦਾ, 2022 ਦਾ। ਤਾਂ ਕਿੰਨੇ ਸਾਲ ਲਈ ਬਣਦੀ ਹੈ, 3 ਸਾਲ ਦਾ ਟਨਿਓਰ ਹੁੰਦਾ ਇਹਦਾ। 31 ਮਾਰਚ 2025 ਤੱਕ ਇਹਦਾ ਕਾਰਜਕਾਲ ਆ। 21 ਅਪ੍ਰੈਲ 2022 ਤੋਂ ਇਹ ਸਟਾਰਟ ਹੋਈ ਸੀ। ਤਾਂ ਆਹ ਹੱਜ ਕਮੇਟੀ ਬਾਰੇ ਕੁਝ ਕੁ ਫੈਕਟ ਨੇ, ਇਹਨੂੰ ਧਿਆਨ ਦੇ ਵਿੱਚ ਰੱਖਿਓ। ਵੈਸੇ ਤੁਹਾਨੂੰ ਆ ਸਕਦਾ ਵੀ ਇਹ ਕਿਹੜੀ ਕਮੇਟੀ ਆ, ਕੌਂਸਟੀਟਿਊਸ਼ਨਲ ਕਮੇਟੀ ਆ ਜਾਂ ਫਿਰ ਸਟੈਚੂਰੀ ਆ ਜਾਂ ਫਿਰ ਐਡਵਾਈਜ਼ਰੀ ਆ, ਕੁਛ ਵੀ ਆ ਸਕਦਾ ਤੁਹਾਨੂੰ ਉਹਦੇ ਨਾਲ, ਜਾਂ ਨਨ ਆਫ ਦੀਸ ਕੁਛ ਵੀ ਆ ਸਕਦਾ। ਦੈਨ ਤੁਸੀਂ ਇਹਦੇ 'ਚ ਆਨਸਰ ਲਾਓਗੇ ਵੀ ਇਹ ਸਟੈਚੂਰੀ ਬੋਡੀ ਆ। ਠੀਕ ਆ, ਸਟੈਚੂਰੀ ਕਿਹੜੀ ਹੁੰਦੀ ਆ, ਜਿਹੜੀ ਕਿਸੇ ਐਕਟ ਦੇ ਥਰੂ ਬਣਦੀ ਆ, ਜਿਵੇਂ ਕਿ RBI ਆ। ਤਾਂ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਕਿਸੇ ਐਕਟ ਦੇ ਨਾਲ ਬਣਦੀਆਂ। ਇੱਕ ਇਹਦਾ ਐਕਟ ਵੀ ਯਾਦ ਰੱਖਣਾ। ਦੇਖੋ ਵੈਸੇ ਐਕਟ ਵੀ ਇਹਦਾ 2022 ਦਾ, ਹੱਜ ਕਮੇਟੀ ਐਕਟ 2022 ਕਿੰਨੇ ਟਾਈਮ ਲਈ ਬਣਦੀ ਆ, ਇਹ 3 ਸਾਲ ਦੇ ਲਈ ਬਣਦੀ ਆ। 2025 31 ਮਾਰਚ ਤੱਕ ਇਹਦਾ ਕਾਰਜਕਾਲ ਆ ਜਿਹੜਾ ਉਹ ਰਹੂਗਾ। ਅਤੇ ਕਿਹੜੀ ਮਿਨਿਸਟਰੀ ਦੇ ਅਧੀਨ ਆਉਂਦੀ ਆ, ਮਿਨਿਸਟਰੀ ਆਫ ਮਾਈਨੋਰਟੀ ਅਫੇਅਰਸ। ਤਾਂ ਇਹ ਬੱਚੇ ਫੈਕਟ ਨੇ, ਕੁਛ ਕੁ ਧਿਆਨ ਰੱਖਣੇ ਆ। ਅਤੇ ਬਾਕੀ ਜਿਹੜਾ ਮਾਈਨੋਰਟੀ ਅਫੇਅਰ ਮਿਨਿਸਟਰ ਆ ਉਹ ਕੌਣ ਨੇ ਆਪਣੇ, ਉਹਨਾਂ ਦਾ ਨਾਮ ਤੁਸੀਂ ਧਿਆਨ ਦੇ ਵਿੱਚ ਰੱਖਣਾ। ਬਾਕੀ ਆ ਉਹਨਾਂ ਦੇ ਬਾਰੇ ਕੁਝ ਕੁ ਫੈਕਟ ਨੇ, ਅਤੇ ਇਹਨੂੰ ਤੁਸੀਂ ਇੱਕ ਵਾਰ ਨਿਗਾਹ ਥਾਈਂ ਦੀ ਕੱਢ ਲਿਓ। ਤਾਂ ਉਹ ਜਿੰਨਾ ਇੰਪੋਰਟੈਂਟ ਫੈਕਟ ਸੀ ਮੈਂ ਤੁਹਾਨੂੰ ਪਹਿਲਾਂ ਵਾਲੀ ਸਲਾਈਡ ਦੇ ਵਿੱਚ ਦੱਸ ਚੁੱਕਿਆ। ਤਾਂ ਹੁਣ ਆਪਣਾ ਟੌਪਿਕ ਜੋ ਅੱਜ ਦਾ ਉਹ ਆਪਾਂ ਸਟਾਰਟ ਕਰੀਏ। ਦੇਖੋ ਬੱਚੇ, ਪਹਿਲੇ ਇਹ ਵਾਲੇ ਕੁਐਸਚਨ ਸੀ ਜਿਹੜੇ ਆਪਾਂ ਆਲਰੇਡੀ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਵਿਦ ਫੈਕਟਸ। ਤਾਂ ਅੱਜ ਆਪਾਂ ਇਹਦੇ ਬਾਰੇ ਵੀ ਆਪਾਂ ਗੱਲ ਕਰ ਲਈ ਸੀ ਵੀ ਆਂਧਰਾ ਪ੍ਰਦੇਸ਼ ਪਹਿਲੀ ਸਟੇਟ ਬਣੀ ਸੀ ਜਿਹੜੀ ਭਾਸ਼ਾ ਦੇ ਆਧਾਰ ਦੇ ਉੱਤੇ ਬਣੀ ਸੀ। ਤਾਂ ਹੁਣ ਦੇਖੋ ਆਪਾਂ ਅੱਜ ਸੇਮੇ ਕੁਐਸਚਨ ਤੋਂ ਸਟਾਰਟ ਕਰਨਾ। ਤਾਂ ਬੱਚੇ ਜਿਹੜੇ ਚੈਨਲ 'ਤੇ ਨਵੇਂ ਆ ਜਾਂ ਵੀਡੀਓ ਦੇਖ ਰਹੇ ਆ ਤਾਂ ਤੁਸੀਂ ਵੀਡੀਓ ਨੂੰ ਲਾਈਕ ਚੱਲਦੇ ਦੌਰਾਨ ਹੀ ਕਰ ਦਿਓ ਔਰ ਵੀਡੀਓ ਨੂੰ ਧਿਆਨ ਦੇ ਨਾਲ ਦੇਖ ਲਿਆ ਕਰੋ। ਆਪਣਾ ਕਾਪੀ ਪੈਨ ਨਾਲ ਲੈ ਕੇ ਬੈਠਣਾ। ਦਾ ਸਿਟੀਜ਼ਨਸ਼ਿਪ, ਹੁਣ ਸਿਟੀਜ਼ਨਸ਼ਿਪ ਦੀ ਗੱਲ ਚੱਲ ਪਈ। ਇਹਦਾ ਮਤਲਬ ਨਾਲ ਹੀ ਤੁਹਾਡੇ ਹਿੱਟ ਹੋਣਾ ਚਾਹੀਦਾ ਵੀ ਸੰਵਿਧਾਨ ਦਾ ਆਪਣਾ ਪਾਰਟ 2 ਇਹ ਕਾਹਦੇ ਨਾਲ ਡੀਲ ਕਰਦਾ, ਸਿਟੀਜ਼ਨਸ਼ਿਪ ਦੇ ਨਾਲ। ਆਰਟੀਕਲ 5 ਤੋਂ ਲੈ ਕੇ 11 ਤੱਕ ਆਰਟੀਕਲ ਨੇ ਉਹ ਡੀਲ ਕਿਹਦੇ ਨਾਲ ਕਰਦੇ ਆ, ਸਿਟੀਜ਼ਨਸ਼ਿਪ ਦੇ ਨਾਲ। ਹੁਣ ਜਿਹੜਾ ਆਰਟੀਕਲ 5 ਤੋਂ 11 ਦੀ ਗੱਲ ਕੀਤੀ ਹੈ ਤਾਂ ਆਰਟੀਕਲ 11 ਕੀ ਕਹਿੰਦਾ, ਆਰਟੀਕਲ 11 ਕਹਿੰਦਾ ਵੀ ਇਹਦੇ ਬਾਰੇ ਅਗਰ ਕੋਈ ਵੀ ਕਾਨੂੰਨ ਬਣੂਗਾ ਦੈਨ ਇਹਦੀ ਅਥਾਰਟੀ ਸਿਰਫ ਕਿਹਦੇ ਕੋਲ ਆ, ਪਾਰਲੀਮੈਂਟ ਕੋਲ ਆ, ਜਾਣੀ ਕਿ ਸੰਸਦ ਕੋਲ ਆ। ਹੁਣ ਜੇ ਸੰਸਦ ਕੋਲ ਆ ਤਾਂ ਇਹ ਕਿਹੜੀ ਲਿਸਟ ਦੇ ਵਿੱਚ ਆਉਂਦਾ, ਇਹ ਸਿਟੀਜ਼ਨਸ਼ਿਪ ਇਹ ਆ ਗਿਆ ਫਿਰ ਆਪਣਾ ਯੂਨੀਅਨ ਲਿਸਟ ਦੇ ਵਿੱਚ ਆ ਗਿਆ। ਲਿਸਟਾਂ ਕਿਹੜੇ ਸ਼ਡਿਊਲ ਦੇ ਵਿੱਚ ਨੇ, ਲਿਸਟਾਂ ਆਪਣੀਆਂ 7th ਸ਼ਡਿਊਲ ਦੇ ਵਿੱਚ ਨੇ।
7 ਸ਼ਡਿਊਲ ਦੇ ਵਿੱਚ ਕਿੰਨੀਆਂ ਨੇ? 3 ਲਿਸਟਾਂ ਨੇ। ਯੂਨੀਅਨ ਲਿਸਟ ਆ, ਸਟੇਟ ਲਿਸਟ ਆ, ਕੌਨਕਰੰਟ ਲਿਸਟ ਆ। ਤਾਂ ਇਹ ਯੂਨੀਅਨ ਲਿਸਟ ਦੇ ਵਿੱਚ ਆਉਂਦਾ। ਔਰ ਜਿਹੜਾ ਸਿਟੀਜ਼ਨਸ਼ਿਪ ਐਕਟ ਆ, ਇਹਦਾ ਐਕਟ ਯਾਦ ਰੱਖਣਾ, ਸਿਟੀਜ਼ਨਸ਼ਿਪ ਐਕਟ ਕਦੋਂ ਦਾ ਸੀ? 1955 ਦਾ। ਤਕਰੀਬਨ 4 ਵਾਰ ਅਮੈਂਡ ਕੀਤਾ ਜਾ ਚੁੱਕਿਆ। ਔਰ ਜੇ ਆਵੇ ਵੀ ਸਿਟੀਜ਼ਨਸ਼ਿਪ ਜਿਹੜਾ ਐਕਟ ਆ, ਇਹਦੀ ਨੋਡਲ ਮਿਨਿਸਟਰੀ ਕਿਹੜੀ ਆ, ਤਾਂ ਉਹ ਇਹ ਕਿਹੜੀ ਮਿਨਿਸਟਰੀ ਦੇ ਅਧੀਨ ਆਉਂਦਾ? ਇਹ ਆਪਣੀ ਗ੍ਰਹਿ ਮੰਤਰਾਲਾ ਯਾਨੀ ਕਿ ਹੋਮ ਮਿਨਿਸਟਰੀ, ਇਹਦੇ ਅਧੀਨ ਆਉਂਦਾ। ਆਪਣੇ ਹੋਮ ਮਿਨਿਸਟਰ ਕੌਣ ਨੇ? ਅਮਿਤ ਸ਼ਾਹ। ਤਾਂ ਬੱਚੇ ਆਹ ਦੇਖੋ, ਇਹ ਤਾਂ ਆਪਾਂ ਹਜੇ ਕੁਐਸਚਨ ਨੂੰ ਤਾਂ ਦੇਖਿਆ ਨਹੀਂ, ਇਕੱਲਾ ਸਿਟੀਜ਼ਨਸ਼ਿਪ ਦੇ ਬਾਰੇ ਜਿੰਨੇ ਫੈਕਟ ਹੋਏ ਨੇ ਆਪਾਂ ਪਹਿਲਾਂ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਆ। ਤਾਂ ਹੁਣ ਇਹ ਤੁਸੀਂ ਨੋਟ ਕਰ ਲਏ ਹੋਣਗੇ। ਐਵੇਂ ਫੈਕਟ ਤੁਹਾਡੇ ਜਦੋਂ ਆਪਣੇ ਆਪ ਦਿਮਾਗ ਦੇ ਵਿੱਚ ਸਟਰਾਈਕ ਕਰਨ ਲੱਗ ਗਏ, ਹਿੱਟ ਕਰਨ ਲੱਗ ਗਏ ਕਿ ਸਿਟੀਜ਼ਨਸ਼ਿਪ ਆ ਗਿਆ, ਅੱਛਾ ਪਾਰਟ ਦੂਸਰਾ, ਆਰਟੀਕਲ ਇੰਨੇ ਤੋਂ ਇੰਨਾ, ਸੰਸਦ ਇੱਕ ਇਕੱਲੀ ਕਾਨੂੰਨ ਬਣਾ ਸਕਦੀ ਆ। ਇਹਦਾ ਮਤਲਬ ਇਹ ਸਟੇਟ ਆ ਜਿਹੜੀ, ਕੋਈ ਵੀ ਸਟੇਟ ਇਹਦੇ ਲਈ ਕਾਨੂੰਨ ਨਹੀਂ ਦੇਖ ਸਕਦੀ ਜਾਂ ਨਹੀਂ ਬਣਾ ਸਕਦੀ। ਔਰ ਆਪਣਾ ਜਿਹੜੀ ਸਿਟੀਜ਼ਨਸ਼ਿਪ ਆ, ਹੁਣ ਕੁਐਸਚਨ ਦੇਖਦੇ ਆਪਾਂ, ਮੈਂ ਇਹਨੂੰ ਅਰੇਜ਼ ਕਰਦਾ ਬੱਚੇ, ਤੁਸੀਂ ਨੋਟ ਕਰ ਲਿਆ ਹੋਊਗਾ। ਦ ਸਿਟੀਜ਼ਨਸ਼ਿਪ ਪ੍ਰੋਵਾਈਡਡ ਬਾਈ ਦ ਕੌਨਸਟੀਟਿਊਸ਼ਨ ਆਫ ਇੰਡੀਆ ਇਜ਼ ਡੂਅਲ ਆ, ਸਿੰਗਲ ਆ, ਜਾਂ ਫਿਰ ਬੋਥ ਆਫ ਦਾ ਅਬਵ, ਪਹਿਲੀ ਤੇ ਦੂਸਰੀ ਦੋਨੋਂ ਨੇ, ਜਾਂ ਫਿਰ ਇਹਦੇ ਚੋਂ ਕੋਈ ਵੀ ਨਹੀਂ। ਤਾਂ ਬੱਚੇ ਜਿਹੜਾ ਇਹਦਾ ਕਰੈਕਟ ਆਨਸਰ ਆ ਵੀ ਭਾਰਤ ਦੇ ਵਿੱਚ ਕਿਹੜੀ ਸਿਟੀਜ਼ਨਸ਼ਿਪ ਆ? ਭਾਰਤ ਦੇ ਵਿੱਚ ਆ ਸਿੰਗਲ ਸਿਟੀਜ਼ਨਸ਼ਿਪ। ਹੁਣ ਤੁਸੀਂ ਆਪਣੇ ਤੇ ਲਾ ਕੇ ਦੇਖੋ, ਤੁਹਾਡੇ ਕੋਲੇ ਆਧਾਰ ਕਾਰਡ ਕਿੰਨੇ ਆ? ਇੱਕ ਹੀ ਆ। ਇਹ ਤਾਂ ਹੈ ਨਹੀਂ ਵੀ ਜੇ ਤੁਸੀਂ ਹਰਿਆਣੇ 'ਚ ਵਾਗੇ ਤੁਹਾਨੂੰ ਉੱਥੇ ਹੋਰ ਆਧਾਰ ਕਾਰਡ ਬਣਵਾਉਣਾ ਪਊ ਹੋਰ। ਤਾਂ ਸਿਟੀਜ਼ਨਸ਼ਿਪ ਤਾਂ ਤੁਸੀਂ ਭਾਰਤੀ ਹੋਈ ਹੋ। ਆਪਾਂ ਸਿਟੀਜ਼ਨਸ਼ਿਪ ਕਾਹਦੀ? ਆਪਾਂ ਇੰਡੀਅਨ, ਆਪਾਂ ਭਾਰਤੀ ਵੱਸਦੇ ਹਾਂ, ਇੰਡੀਅਨ। ਠੀਕ ਆ। ਤਾਂ ਇਹ ਨਹੀਂ ਹੈਗਾ ਵੀ ਜਿਹੜੀ ਸਟੇਟ ਦੇ ਵਿੱਚ ਜਾਂਦੇ ਆ ਉੱਥੋਂ ਸਾਨੂੰ ਕਿਸੇ ਸਟੇਟ ਦੀ ਅਲੱਗ ਤੋਂ ਲੈਣੀ ਪਊਗੀ ਸਿਟੀਜ਼ਨਸ਼ਿਪ। ਸਿਟੀਜ਼ਨਸ਼ਿਪ ਭਾਰਤ ਦੇ ਵਿੱਚ ਸਿਰਫ ਇੱਕ ਚੱਲਦੀ ਆ। ਔਰ ਇਹਦਾ ਜਿਹੜਾ ਸੋਰਸ ਆ, ਅਸੀਂ ਕਿੱਥੋਂ ਫੋਲੋ ਕੀਤਾ ਇਹ? ਇਹਦਾ ਸੋਰਸ ਸਿਟੀਜ਼ਨਸ਼ਿਪ ਦਾ ਹੈਗਾ ਬ੍ਰਿਟੇਨ। ਬੱਚੇ ਦੇਖੋ, ਵੀਡੀਓਜ਼ ਤਾਂ ਤੁਹਾਨੂੰ ਵੱਧ ਤੋਂ ਵੱਧ ਮੈਂ ਇੱਕ ਦਿਨ ਦੇ ਵਿੱਚ ਬਾਕੀ ਸਬਜੈਕਟਸ ਨੇ ਉਹਨਾਂ ਨੂੰ ਵੀ ਕਵਰ ਕਰਵਾ ਦਾਂ, ਨਾਲ ਕਰੰਟ ਦੇ ਸਪੈਸ਼ਲ ਟੌਪਿਕ ਨੇ ਜਿਹੜੇ ਸੈਪਰੇਟਲੀ, ਉਹਨਾਂ ਨੂੰ ਆਪਾਂ ਤੁਹਾਡੇ ਨਾਲ ਡਿਸਕਸ ਕਰੀਏ। ਪਰ ਗੱਲ ਇਹ ਆ ਵੀ ਹੁਣ ਲਾਈਟ ਦੇ ਕਰਕੇ ਕਾਫੀ ਸਮੱਸਿਆ ਹੁੰਦੀ ਹੈ, ਪਾਵਰ ਕੱਟ ਬਹੁਤ ਲੱਗਦੇ ਨੇ। ਓਕੇ, ਦ ਸਿਟੀਜ਼ਨਸ਼ਿਪ ਪ੍ਰੋਵਾਈਡਡ ਬਾਈ ਦ ਕੌਨਸਟੀਟਿਊਸ਼ਨ ਆਫ ਇੰਡੀਆ, ਤਾਂ ਸਿੰਗਲ ਸਿਟੀਜ਼ਨਸ਼ਿਪ ਆ। ਤਾਂ ਹੁਣ ਇਹਦੇ ਜਿਹੜੇ ਆਰਟੀਕਲ ਨੇ, ਆਪਾਂ ਉਹਨਾਂ ਆਰਟੀਕਲ ਦੇ ਬਾਰੇ ਗੱਲ ਕਰ ਲੈਂਦੇ ਹਾਂ। ਜਿਵੇਂ ਕਿ ਡੂਅਲ ਸਿਟੀਜ਼ਨਸ਼ਿਪ ਕਿੱਥੇ ਆ? ਇਹ ਹੈਗੀ ਆ USA ਦੇ ਵਿੱਚ। ਉੱਥੋਂ ਪਹਿਲਾਂ ਅਮਰੀਕਾ ਦੀ ਸਿਟੀਜ਼ਨਸ਼ਿਪ ਅਲੱਗ ਤੋਂ ਲੈਣੀ ਪੈਂਦੀ ਆ, ਔਰ ਜਿਹੜੀ ਸਟੇਟ ਦੇ ਵਿੱਚ ਰਹੋਗੇ ਉਹਦੀ ਸਿਟੀਜ਼ਨਸ਼ਿਪ ਤੁਹਾਨੂੰ ਅਲੱਗ ਤੋਂ ਲੈਣੀ ਪੈਂਦੀ ਆ। ਉਹ ਹੁੰਦੀ ਆ ਡੂਅਲ ਸਿਟੀਜ਼ਨਸ਼ਿਪ। ਭਾਰਤ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਆ। ਤਾਂ ਹੁਣ ਇਹਦੇ ਆਪਾਂ ਜਿਹੜੇ ਫੈਕਟ ਨੇ ਉਹਨਾਂ ਨੂੰ ਦੇਖ ਲੈਂਦੇ ਆ। ਹੁਣ ਜਿਹੜਾ ਆਰਟੀਕਲ ਆਪਾਂ ਕਿਹਾ ਵੀ ਇਹ ਪਾਰਟ ਕਿੰਨੇ ਦੇ ਵਿੱਚ ਆ? ਪਾਰਟ 2 ਦੇ ਵਿੱਚ ਆ। ਔਰ ਆਰਟੀਕਲ 5 ਤੋਂ ਲੈ ਕੇ 11 ਤੱਕ ਆਰਟੀਕਲ ਇਹਦੇ ਵਿੱਚ ਆਉਂਦੇ ਆ। ਮੈਂ ਸਾਰੇ ਆਰਟੀਕਲਸ ਦੇ ਬਾਰੇ ਤੁਹਾਨੂੰ ਥੋੜ੍ਹੀ ਜਾਣਕਾਰੀ ਦਊਂਗਾ। ਆਰਟੀਕਲ 5 ਇਹ ਦੱਸਦਾ ਵੀ ਸ਼ੁਰੂਆਤ ਵੇਲੇ ਕੀ ਸੀਗਾ। ਠੀਕ ਆ। ਸਿਟੀਜ਼ਨਸ਼ਿਪ ਐਟ ਦਾ ਕਮੈਂਸਮੈਂਟ, ਜਦੋਂ ਲਾਗੂ ਹੋਇਆ ਉਦੋਂ ਕੀ ਹਿਸਾਬ ਕਿਤਾਬ ਆ। ਇਸ ਤੋਂ ਬਾਅਦ ਆਰਟੀਕਲ 6 ਇਹ ਕੀ ਕਹਿੰਦਾ? ਜਿਹੜੇ ਉਹਨਾਂ ਬਾਰੇ ਦੱਸਦਾ ਇਹ, ਉਹਨਾਂ ਦੀ ਸਿਟੀਜ਼ਨਸ਼ਿਪ ਮਾਈਗ੍ਰੇਟਡ ਟੂ ਇੰਡੀਆ। ਬੱਚਿਆਂ ਧਿਆਨ ਨਾਲ ਦੇਖਣਾ, ਟੂ ਇੰਡੀਆ ਫਰੋਮ ਪਾਕਿਸਤਾਨ। ਇਹ ਆਰਟੀਕਲ 6 ਕਹਿੰਦਾ ਗਾ ਵੀ ਮਾਈਗ੍ਰੇਟਡ ਹੁੰਦਾ ਜਿਹੜੇ ਮਤਲਬ ਕਿ ਇੱਧਰੋਂ ਉੱਧਰੋਂ ਜਾਂਦੇ ਆ ਨਾ। ਠੀਕ ਆ। ਮਾਈਗ੍ਰੇਟਡ ਟੂ ਇੰਡੀਆ ਫਰੋਮ ਪਾਕਿਸਤਾਨ। ਜਿਹੜਾ ਹੁਣ ਆਰਟੀਕਲ ਫਿਰ ਇਹ ਤੋਂ ਬਾਅਦ ਆਊਗਾ 7, ਉਹ ਇਹਦੇ ਉਲਟ ਹੋ ਜਾਊਗਾ। ਉਹ ਕਹੂਗਾ ਵੀ ਟੂ ਪਾਕਿਸਤਾਨ ਫਰੋਮ ਇੰਡੀਆ। ਇਹਨਾਂ ਦੇ ਬਾਰੇ ਇਹ ਆਰਟੀਕਲ ਡੀਲ ਕਰਦਾ। ਇਸ ਤੋਂ ਬਾਅਦ ਆਰਟੀਕਲ 8, ਇਹ ਥੋੜ੍ਹਾ ਜਿਹਾ ਇੰਪੋਰਟੈਂਟ ਆ। ਇਹਦੇ 'ਚ ਗੱਲ ਆਉਂਦੀ ਆ PIOS, ਯਾਨੀ ਕਿ ਪੀਪਲ ਆਫ ਇੰਡੀਅਨ ਓਰੀਜਨ, ਮਤਲਬ ਭਾਰਤੀ ਮੂਲ ਦੇ ਲੋਕ। ਭਾਰਤੀ ਮੂਲ ਦੇ ਲੋਕ। ਹੁਣ ਇਹਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਸਮਝ ਲਿਓ ਬੱਚੇ ਵੀ ਇਹਦੇ 'ਚ ਕੀ ਗੱਲਬਾਤ ਆ। ਇਹ ਇੰਪੋਰਟੈਂਟ ਆ। ਇਹਨਾਂ ਦੇ ਵਿੱਚੋਂ ਸਾਰੇ ਆਰਟੀਕਲਸ ਦੇ ਵਿੱਚੋਂ ਇਹੀ ਬਸ 2-3 ਆਰਟੀਕਲ ਇੰਪੋਰਟੈਂਟ ਆ। ਜਿਵੇਂ ਕਿ ਇੱਕ ਤਾਂ ਆਰਟੀਕਲ ਨੰਬਰ 8 ਆ, ਇਹਦੇ 'ਚ PIOS, ਤਾਂ ਇਹਦੇ ਬਾਰੇ ਡੀਲ ਕਰੂਗਾ ਇਹ ਭਾਰਤੀ ਮੂਲ ਦੇ ਲੋਕ, ਪੀਪਲ ਆਫ ਇੰਡੀਆ ਓਰੀਜਨ। ਠੀਕ ਆ। ਤਾਂ ਹੁਣ ਇਹਦੇ 'ਚ ਦੇਖੋ ਬੱਚੇ, ਇਹ 'ਚ ਕੀ ਹੁੰਦਾ? ਉਹ ਲੋਕ ਜਾਂ ਫਿਰ ਬੱਚੇ ਜਿਨ੍ਹਾਂ ਦਾ ਜਨਮ ਆਊਟਸਾਈਡ ਇੰਡੀਆ, ਮਤਲਬ ਭਾਰਤ ਤੋਂ ਬਾਹਰ ਹੁੰਦਾ, ਤੇ ਉਹਨਾਂ ਦੇ ਮਾਤਾ ਪਿਤਾ ਜਾਂ ਤਾਂ ਦੋਵੇਂ, ਜਾਂ ਦੋਵਾਂ ਦੇ ਵਿੱਚੋਂ ਇੱਕ ਮਾਂ ਜਾਂ ਪਿਓ, ਜਾਂ ਫਿਰ ਨਾਨਾ ਨਾਨੀ, ਇਹ ਵੀ ਦੋਵੇਂ, ਜਾਂ ਇਹਨਾਂ ਦੇ ਵਿੱਚੋਂ ਇੱਕ। ਫਿਰ ਇਸ ਤਰ੍ਹਾਂ ਆਪਦੇ ਦਾਦਕੇ ਪਰਿਵਾਰ 'ਚੋਂ ਦਾਦਾ ਦਾਦੀ, ਦੋਵੇਂ ਜਾਂ ਇੱਕ। ਇਹਨਾਂ ਦੇ ਵਿੱਚੋਂ ਮਤਲਬ ਭਾਰਤੀ ਹੋਵੇ ਤਾਂ ਉਹ ਭਾਰਤੀ ਮੂਲ ਦੇ ਲੋਕ ਮੰਨੇ ਜਾਣਗੇ।
ਜਿਵੇਂ ਕਿ ਤੁਸੀਂ ਕਿਸੇ ਵੀ ਇੱਕ ਐਗਜ਼ਾਮਪਲ ਦੇਣੀ ਹੈ, ਇਹਦੇ ਵਿੱਚੋਂ ਇਹ ਤੁਹਾਡਾ ਕੰਮ ਆ ਬੱਚੇ, ਜਿਹੜੇ ਮਤਲਬ ਕਿ ਆਪਣੇ ਭਾਰਤੀ ਮੂਲ ਦੇ ਲੋਕ ਹੋਣ ਔਰ ਉਹ ਇੱਕ ਇੰਪੋਰਟੈਂਟ ਪਰਸਨੈਲਿਟੀ ਹੋਣ, ਮਤਲਬ ਇੰਪੋਰਟੈਂਟ ਜੇ ਹੋਣ, ਨਾਮ ਉਹਨਾਂ ਦਾ ਆਉਂਦਾ ਹੋਵੇ ਸੁਰਖੀਆਂ ਦੇ ਵਿੱਚ, ਜਾਂ ਫਿਰ ਪਹਿਲਾਂ ਕਿਸੇ ਇਤਿਹਾਸ ਦੇ ਵਿੱਚ ਉਹ ਕਾਫੀ ਕਿਸੇ ਕੰਮ ਦੇ ਕਰਕੇ ਫੇਮਸ ਹੋਣ। ਔਰ ਈਵਨ ਅਗਰ ਤੁਹਾਨੂੰ ਕਿਸੇ ਫੀਮੇਲ ਦਾ ਨੇਮ ਮਿਲਦਾ ਦੈਨ ਉਹ ਤੁਹਾਡੇ ਲਈ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ, ਕਿਉਂਕਿ ਉਹ ਨਾਮ ਯੂਨੀਕ ਹੋ ਜਾਂਦੇ ਆ। ਤਾਂ ਬੱਚੇ ਦੇਖੋ ਆਰਟੀਕਲ 8 ਕਹਿੰਦਾ ਪੀਪਲ ਆਫ ਇੰਡੀਅਨ ਓਰੀਜਨ, ਜਿਹੜੇ ਭਾਰਤੀ ਲੋਕ ਦੇ ਭਾਰਤੀ ਮੂਲ ਦੇ ਲੋਕ ਨੇ, ਮਤਲਬ ਉਹਨਾਂ ਦਾ ਜਨਮ ਤਾਂ ਹੁੰਦਾ ਆਪਣੇ ਭਾਰਤ ਤੋਂ ਬਾਹਰ ਕਿਸੇ ਵੀ ਜਗ੍ਹਾ ਦੇ ਉੱਤੇ ਹੁੰਦਾ, ਕਿਸੇ ਵੀ ਕੰਟਰੀ ਦੇ ਵਿੱਚ ਹੁੰਦਾ, ਪਰ ਇੰਡੀਆ ਦੇ ਵਿੱਚ ਨਹੀਂ ਹੁੰਦਾ, ਵਿਦਿਨ ਟੈਰੀਟਰੀ ਨਹੀਂ ਹੁੰਦਾ। ਉਹਨਾਂ ਦੇ ਮਾਤਾ ਪਿਤਾ ਦੋਵੇਂ ਭਾਰਤੀ ਹੋਣ ਜਾਂ ਫਿਰ ਦੋਨਾਂ ਦੇ ਵਿੱਚੋਂ ਇੱਕ ਹੋਵੇ। ਮਤਲਬ ਕੀ ਆ, ਪਹਿਲਾ ਰਿਲੇਸ਼ਨ ਉਹਦਾ ਮਾਂ ਪਿਓ ਨਾਲ ਹੁੰਦਾ, ਦੂਸਰਾ ਉਹਦੇ ਦਾਦਾ ਦਾਦੀ ਨਾਲ, ਤੀਸਰਾ ਨਾਨਾ ਨਾਨੀ। ਇਹਨਾਂ ਦੇ ਵਿੱਚੋਂ ਜਾਂ ਤਾਂ ਦੋਵੇਂ ਭਾਰਤੀ ਹੋਣ ਜਾਂ ਮਤਲਬ ਮਾਂ ਪਿਓ 'ਚੋਂ ਇੱਕ ਭਾਰਤੀ, ਨਾਨਾ ਨਾਨੀ 'ਚੋਂ ਦੋਵੇਂ ਜਾਂ ਇੱਕ ਭਾਰਤੀ, ਦਾਦਾ ਦਾਦੀ 'ਚੋਂ ਦੋਵੇਂ ਜਾਂ ਫਿਰ ਇੱਕ ਭਾਰਤੀ ਹੋਣ, ਤਾਂ ਉਹਨੂੰ ਕਿਹਾ ਜਾਊਗਾ ਭਾਰਤੀ ਮੂਲ ਦੇ ਲੋਕ। ਤਾਂ ਉਸ ਦੀ ਭਾਰਤ ਦੀ ਮਤਲਬ ਇਹਦੇ 'ਚ ਇਹਨੂੰ ਆਪਾਂ ਭਾਰਤੀ ਮੂਲ ਦੇ ਨਾਗਰਿਕ ਉਹਨਾਂ ਨੂੰ ਮੰਨਦੇ ਹਾਂ। ਤਾਂ ਆਰਟੀਕਲ 8 ਬੱਚੇ ਤੁਹਾਨੂੰ ਕਲੀਅਰ ਹੋ ਗਿਆ। ਹੁਣ ਆ ਜਿਹੜੇ ਉੱਪਰਲੇ ਆਰਟੀਕਲ ਨੇ ਮੈਂ ਇਹਨਾਂ ਨੂੰ ਅਰੇਂਜ ਕਰ ਰਿਹਾ, ਤਾਂ ਤੁਸੀਂ ਨੋਟ ਕਰ ਲਿਓ ਇਹਨਾਂ ਨੂੰ। ਬਾਕੀ ਇਹ ਬੱਚੇ ਇੰਨੇ ਇੰਪੋਰਟੈਂਟ ਹੈ ਵੀ ਨਹੀਂ ਸੀਗੇ ਤੁਹਾਡੇ, ਜਿਹੜੇ ਉੱਪਰਲੇ ਨੇ 5 6 7, ਇਹਦੇ 'ਚੋਂ ਬਸ ਆਹੀ ਆਰਟੀਕਲ ਇੰਪੋਰਟੈਂਟ ਆ ਜਿਹਦੇ ਬਾਰੇ ਆਪਾਂ ਗੱਲ ਕਰੀ ਆ। ਇਸ ਤੋਂ ਬਾਅਦ ਇੱਕ ਆਰਟੀਕਲ ਹੈਗਾ 9। ਹੁਣ ਆਰਟੀਕਲ 9 ਕੀ ਕਹਿੰਦਾ, ਬਸ ਇਹਦੇ 'ਚ ਉਹ ਕਹਿੰਦਾ ਵੀ ਜੇ ਸਿਟੀਜ਼ਨਸ਼ਿਪ ਕਿਸੇ ਹੋਰ ਦੇਸ਼ ਦੀ ਆ, ਹੋਰ ਕੰਟਰੀ ਦੀ ਲੈ ਲਈ, ਤਾਂ ਇੰਡੀਆ ਦੀ ਵਾਲੀ ਆ ਜਿਹੜੀ ਉਹ ਕੀ ਹੋ ਜੂਗੀ, ਖਤਮ ਹੋ ਜੂਗੀ। ਇਹ ਆਰਟੀਕਲ 9 ਕਹਿੰਦਾ। ਆਰਟੀਕਲ 10 ਦੇ ਬਾਰੇ ਬਸ ਤੁਹਾਨੂੰ ਇੰਨਾ ਪੜ੍ਹਨ ਦੀ ਲੋੜ ਨਹੀਂ। ਆਰਟੀਕਲ 11 ਕੀ ਕਹਿੰਦਾ, ਆਰਟੀਕਲ 11 ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਇਹਦੀ ਪਾਵਰ ਆ ਜਿਹੜੀ ਉਹ ਸੰਸਦ ਦੇ ਕੋਲੇ ਆ, ਉਹੀ ਰੈਗੂਲੇਸ਼ਨ ਸਿਟੀਜ਼ਨਸ਼ਿਪ ਦੇ ਉੱਪਰ ਬਣਾ ਸਕਦੀ ਆ। ਹੁਣ ਤੁਸੀਂ ਕਹੋਗੇ ਵੀ ਸਿਟੀਜ਼ਨਸ਼ਿਪ ਮਿਲਦੀ ਕਿਵੇਂ ਆ, ਤਾਂ ਬੱਚੇ ਦੇਖੋ ਇਹਦੇ 'ਚ ਇਹ ਇੰਪੋਰਟੈਂਟ ਜੀ ਗੱਲ ਆ ਵੀ ਸਿਟੀਜ਼ਨਸ਼ਿਪ ਲੈਣ ਦੇ ਲਈ ਭਾਰਤ ਦੀ ਜੇ ਸਿਟੀਜ਼ਨਸ਼ਿਪ ਲੈਣੀ ਆ ਤਾਂ 5 ਤਰੀਕੇ ਆ ਮਿਲਣ ਦੇ। ਸਿਟੀਜ਼ਨਸ਼ਿਪ ਲੈਣ ਦੇ ਕਿੰਨੇ ਤਰੀਕੇ ਨੇ, 5 ਮੈਥਡਸ ਨੇ। ਤਾਂ ਇਹਨਾਂ ਦੇ ਵਿੱਚ ਇੱਕ ਤਾਂ ਹੈਗਾ ਬਾਏ ਬਰਥ, ਪਹਿਲਾ ਹੀ ਕਿਹੜਾ ਬਾਏ ਬਰਥ। ਬੱਚੇ ਦੇਖੋ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜੂ, ਜਿਹੜਿਆਂ ਨੂੰ ਪਤਾ ਉਹ ਉਹਨੂੰ ਸਮਝ ਲਓ ਤਾਂ ਤੁਹਾਨੂੰ ਕਲੀਅਰ ਹੋ ਜਾਊਗਾ। ਬਾਏ ਬਰਥ ਇਹਦੇ 'ਚ ਕੀ ਹੁੰਦਾ, ਬਾਹਰੀ ਜੋੜੇ ਦਾ ਬੱਚਾ ਇੱਧਰ ਹੋਵੇ, ਮਾਂ ਪਿਓ 'ਚੋਂ ਇੱਕ ਭਾਰਤੀ ਹੋਵੇ, ਠੀਕ ਆ। ਮਤਲਬ ਕੋਈ ਬਾਹਰੀ ਜੋੜਾ, ਉਸ ਦਾ ਬੱਚਾ ਮਤਲਬ ਜਨਮ ਉਹਦਾ ਭਾਰਤ 'ਚ ਹੋਵੇ। ਤਾਂ ਹੁਣ ਜਨਮ ਤਾਂ ਕਿਸੇ ਦਾ ਵੀ ਇੰਡੀਆ 'ਚ ਹੋ ਸਕਦਾ, ਵੀ ਕੀ ਉਹਨੂੰ ਸਿਟੀਜ਼ਨਸ਼ਿਪ ਇੱਥੋਂ ਦੀ ਮਿਲ ਜੂਗੀ, ਨਹੀਂ, ਉਹਨਾਂ ਦੇ ਵਿੱਚੋਂ ਇੱਕ ਇੰਡੀਅਨ ਹੋਣਾ ਚਾਹੀਦਾ ਹੋਵੇ, ਠੀਕ ਆ। ਇਹ ਤਾਂ ਹੋ ਗਿਆ ਬਰਥ ਵਾਲਾ ਤਰੀਕਾ। ਅਤੇ ਫਿਰ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਾਏ ਡਿਸੈਂਟ, ਜਾਣੀ ਕਿ ਉਹਦੇ ਵੰਸ਼ ਦੇ ਬੇਸ 'ਤੇ। ਹੁਣ ਇਹਦਾ ਕੀ ਆ, ਜਨਮ ਬਾਹਰ ਹੋਵੇ, ਭਾਰਤ ਤੋਂ ਬਾਹਰ ਹੋਵੇ, ਤਾਂ ਉਹਨੂੰ ਵੀ ਮਤਲਬ ਵੰਸ਼ ਉਹਦਾ ਇੱਧਰਲਾ, ਤਾਂ ਉਹਨੂੰ ਕੀ ਮਿਲ ਸਕਦੀ ਆ। ਇਹ ਆਪਾਂ ਇਹ ਡਾਇਰੈਕਟ ਨਹੀਂ ਕਹਿਣਾ, ਇੱਥੇ ਇੱਕ ਇਹਦੇ 'ਚ ਪੁਆਇੰਟ ਆਉਂਦਾ ਵੀ 1 ਸਾਲ ਦੇ ਵਿੱਚ, ਉਹਦੇ ਜਨਮ ਤੋਂ ਲੈ ਕੇ 1 ਸਾਲ ਦੇ ਬਿਟਵੀਨ, ਉਹਨੂੰ ਜਿਹੜੇ ਵੀ ਉੱਥੇ ਕਿਸੇ ਕੰਟਰੀ ਦੇ ਵਿੱਚ ਰਹਿੰਦਾ, ਉੱਥੇ ਆਪਣੀ ਭਾਰਤ ਦੀ ਫੋਰਨ ਮਿਨਿਸਟਰੀ ਆ ਜਾਂ ਵਿਦੇਸ਼ ਮੰਤਰਾਲਾ ਗਾ, ਉਹਦੇ 'ਚ ਰਜਿਸਟ੍ਰੇਸ਼ਨ ਕਰਾਉਣੀ ਪਊਗੀ। ਆ 1 ਸਾਲ ਦਾ ਟਨਿਓਰ ਹੁੰਦਾ ਇੱਥੇ, ਜਿਹੜਾ ਵੰਸ਼ ਦੇ ਆਧਾਰ 'ਤੇ ਮਤਲਬ ਆਪਣੇ ਭਾਰਤ ਤੋਂ ਬਾਹਰ ਹੁੰਦਾ। ਤਾਂ ਦੂਸਰੀ ਤਰੀਕਾ ਮੈਥਡ ਤੁਹਾਨੂੰ ਕਲੀਅਰ ਆ। ਹੁਣ ਆਪਾਂ ਗੱਲ ਕਰਦੇ ਹਾਂ ਤੀਸਰੇ ਮੈਥਡ ਦੀ। ਦੇਖੋ ਬੱਚੇ ਜਿਹੜੇ ਇੰਪੋਰਟੈਂਟ ਆ, ਤਾਂ ਹੁਣ ਜੇ ਇਹ ਤੀਸਰਾ ਹੈਗਾ ਰਜਿਸਟ੍ਰੇਸ਼ਨ ਵਾਲਾ। ਰਜਿਸਟ੍ਰੇਸ਼ਨ ਦੇ ਨਾਲ 5 ਸਾਲ ਲੱਗਦੇ ਆ। ਔਰ ਜਿਹੜੀ ਕਾਮਨ ਜੀ ਗੱਲ ਆਮ ਹੀ ਪੁੱਛੀ ਜਾਂਦੀ ਆ, ਆਪਣੇ ਨੈਚੁਰਲਾਈਜੇਸ਼ਨ ਤਰੀਕੇ ਦੇ ਨਾਲ 7 ਸਾਲ 'ਚ ਮਿਲ ਜਾਂਦੀ ਆ। 7 ਸਾਲ ਇੰਡੀਆ ਦੇ ਵਿੱਚ ਰਹਿਣ ਦੇ ਨਾਲ ਇਹ ਦੇਸੀ ਤਰੀਕੇ ਦੇ ਨਾਲ ਆਪਾਂ ਨੂੰ ਮਿਲ ਜਾਂਦੀ ਆ। ਅਤੇ ਇਸ ਤੋਂ ਬਾਅਦ ਜਿਹੜਾ 5ਵਾਂ ਪੁਆਇੰਟ ਆ ਉਹ ਹੈਗਾ ਇਨਕੋਰਪੋਰੇਸ਼ਨ ਆਫ ਟੈਰੀਟਰੀ। ਬੱਚੇ ਲਿਖਣ ਦਾ ਇੱਥੇ ਪੂਰਾ ਉਹ ਹੈ ਨਹੀਂ ਗਾ, ਮੈਂ ਤੁਹਾਨੂੰ ਸਿੱਧਾ ਇਹਦਾ ਫੈਕਟ ਦੱਸ ਦਿੰਦਾ। ਬਾਏ ਕਾਰਪੋਰੇਸ਼ਨ ਆਫ ਟੈਰੀਟਰੀ, ਇਹਦੇ 'ਚ ਮਤਲਬ ਇਹ ਹੁੰਦਾ ਜਿਵੇਂ ਅਸੀਂ ਬੰਗਲਾਦੇਸ਼ ਤੋਂ ਪਹਿਲਾਂ ਪਿੰਡ ਲਏ ਸੀਗੇ, ਤਾਂ ਜਿਹੜੇ ਉਹ ਲੋਕ ਸੀਗੇ ਉਹ ਆਪਣੇ ਇੰਡੀਆ ਦੇ ਵਿੱਚ ਪਿੰਡ ਰਲ ਗਏ, ਤਾਂ ਉਹਨਾਂ ਨੂੰ ਵੀ ਸਿਟੀਜ਼ਨਸ਼ਿਪ ਆ ਜਿਹੜੀ ਉਹ ਮਿਲ ਜੂਗੀ। ਤਾਂ ਇਹ ਤਰੀਕੇ ਸੀਗੇ ਜਿਨ੍ਹਾਂ ਦੇ ਨਾਲ ਆਪਣੇ ਸਿਟੀਜ਼ਨਸ਼ਿਪ ਆਪਾਂ ਨੂੰ ਮਿਲ ਸਕਦੀ ਆ।
ਔਰ NRI ਕੀ ਹੁੰਦਾ, ਨੌਨ ਰੈਜ਼ੀਡੈਂਸ਼ੀਅਲ ਇੰਡੀਅਨ। NRI ਆਪਾਂ ਕਹਿੰਦੇ ਉਹ NRI ਆਏ ਨੇ, ਉਹਨਾਂ ਦੇ NRI ਨੇ, ਤਾਂ ਉਹਨਾਂ ਨੂੰ ਕਹਿੰਦੇ ਨੌਨ ਰੈਜ਼ੀਡੈਂਸ਼ੀਅਲ ਇੰਡੀਅਨ। ਮਤਲਬ ਜਿਹੜਾ 1 ਸਾਲ ਦੇ ਵਿੱਚ 182 ਦਿਨ 182 ਦਿਨ 6 ਮਹੀਨੇ ਜਾਣੀ ਕਿ ਤੋਂ ਜ਼ਿਆਦਾ ਬਾਹਰ ਰਹਿੰਦਾ, ਉਹਨੂੰ ਸਾਰੇ ਅਧਿਕਾਰ ਮਿਲਦੇ ਆ, ਪਰ ਉਹ ਬਾਹਰ ਤਾਂ ਰਹਿੰਦਾ, ਉਹਨੂੰ ਅਧਿਕਾਰ ਕਾਫੀ ਮਿਲਦੇ ਆ, ਉਹਨੂੰ ਆਪਾਂ ਕਹਿੰਦੇ ਆ NRI। ਤਾਂ ਬੱਚੇ ਉਮੀਦ ਕਰਦਾ ਵੀ ਤੁਹਾਨੂੰ ਇਹ ਚੀਜ਼ ਕਲੀਅਰ ਹੋ ਗਈ ਹੋਊਗੀ, ਔਰ ਇਹਦੇ ਇੰਪੋਰਟੈਂਟ ਆਰਟੀਕਲ ਨੇ ਜਿਹੜੇ ਉਹ ਵੀ ਤੁਹਾਨੂੰ ਕਲੀਅਰ ਹੋ ਗਏ। ਔਰ ਇਹ ਐਕਟ ਅਮੈਂਡ ਆ ਜਿਹੜਾ ਇੰਡੀਅਨ ਸਿਟੀਜ਼ਨਸ਼ਿਪ ਅਮੈਂਡ ਵੀ ਬਹੁਤ ਵਾਰ ਕੀਤਾ ਗਿਆ, 1957 'ਚ, 60 'ਚ, 86, 85, 92, 3, 5, 15। ਬਾਕੀ ਇਹਦੇ ਬਾਰੇ ਬਸ ਇੰਨੇ ਕੁ ਫੈਕਟ ਤੁਸੀਂ ਯਾਦ ਕਰ ਰੱਖ ਲਿਓ ਤਾਂ ਤੁਹਾਨੂੰ ਕੁਐਸਚਨ ਇਹਦਾ ਫਸੂਗਾ ਨਹੀਂ। ਤਾਂ ਉਮੀਦ ਕਰਦਾ ਵੀ ਸੇਮਾ ਕੁਐਸਚਨ ਸਿਟੀਜ਼ਨਸ਼ਿਪ ਦੇ ਬਾਰੇ ਸੀ, ਸੰਵਿਧਾਨ ਦੇ ਆਪਣੇ ਭਾਗ ਦੂਜੇ ਦੇ ਵਿੱਚੋਂ ਆਰਟੀਕਲ 5 ਤੋਂ 11 ਤੱਕ ਇਹਦੇ 'ਚ ਸੀ। ਮੈਂ ਤੁਹਾਨੂੰ ਕਲੀਅਰ ਕਰਵਾਉਣ ਦੀ ਕੋਸ਼ਿਸ਼ ਕੀਤੀ ਆ, ਉਮੀਦ ਕਰਦਾ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਇਸ ਤੋਂ ਬਾਅਦ ਆਪਾਂ ਅਗਲਾ 7ਵਾਂ ਕੁਐਸਚਨ ਆ ਜਿਹੜਾ ਉਹਦੇ ਬਾਰੇ ਗੱਲਬਾਤ ਕਰਨੀ ਆ। ਦੇਖੋ ਬੱਚੇ, ਇਹ ਹੈਗਾ ਆਪਣਾ ਸਟੇਟਮੈਂਟਸ ਵਾਲਾ। ਤਾਂ ਸਟੇਟਮੈਂਟਸ ਨੂੰ ਲੈ ਕੇ ਵੀ ਇਹ ਤੋਂ ਬਾਅਦ ਇਹ ਕਾਹਦੇ ਨਾਲ ਡੀਲ ਕਰ ਰਿਹਾ, ਫੰਡਾਮੈਂਟਲ ਰਾਈਟਸ ਦੇ ਨਾਲ, ਜਿਹੜਾ ਕਿ ਬੜਾ ਇੰਪੋਰਟੈਂਟ ਟੌਪਿਕ ਆ। ਜੇ ਦੇਖੋ ਆਪਾਂ ਸੰਵਿਧਾਨ ਦੇ ਵਿੱਚ ਪਾਰਟ ਵਾਈਜ਼ ਚੱਲੀਏ ਤਾਂ ਪਹਿਲਾਂ ਆਪਾਂ ਕਿਹਾ ਸੀ ਵੀ ਯੂਨੀਅਨ ਐਂਡ ਟੈਰੀਟਰੀ ਦਾ ਟੌਪਿਕ ਹੁੰਦਾ। ਉਸ ਤੋਂ ਬਾਅਦ ਜਿਹੜਾ ਅਗਲਾ ਹੁੰਦਾ ਉਹ ਹੁੰਦਾ ਆਪਣਾ ਸਿਟੀਜ਼ਨਸ਼ਿਪ ਦਾ। ਸਿਟੀਜ਼ਨਸ਼ਿਪ ਤੋਂ ਬਾਅਦ ਜਿਹੜਾ ਫਿਰ ਪਾਰਟ ਸੰਵਿਧਾਨ ਦਾ ਆਪਣਾ ਤੀਸਰਾ ਹੁੰਦਾ, ਉਹਦੇ 'ਚ ਆਪਣੇ ਹੁੰਦੇ ਨੇ ਫੰਡਾਮੈਂਟਲ ਰਾਈਟਸ। ਠੀਕ ਆ, ਤਾਂ ਫੰਡਾਮੈਂਟਲ ਰਾਈਟ ਵੀ ਬੜਾ ਇੰਪੋਰਟੈਂਟ ਟੌਪਿਕ ਆ, ਕਿਉਂਕਿ ਇਹਦੇ ਵਿੱਚੋਂ ਤੁਹਾਨੂੰ 1-2 ਕੁਐਸਚਨ ਅਕਸਰ ਦੇਖਣ ਨੂੰ ਮਿਲਣਗੇ। ਹੁਣ ਪਹਿਲਾਂ ਆਪਾਂ ਇਹਦੀਆਂ ਸਟੇਟਮੈਂਟਸ ਦੇਖ ਲੈਂਦੇ ਹਾਂ, ਫਿਰ ਇਹ ਤੋਂ ਬਾਅਦ ਆਪਾਂ ਇਹਦੇ ਫੈਕਟਸ ਦੀ ਗੱਲ ਕਰਾਂਗੇ, ਫੰਡਾਮੈਂਟਲ ਰਾਈਟਸ ਦੇ ਬਾਰੇ ਜਿੰਨੇ ਕੁ ਇੰਪੋਰਟੈਂਟ ਹੋਣਗੇ। ਵੈਸੇ ਹਰ ਬੱਚੇ ਨੇ ਇਹ ਚੀਜ਼ ਪਹਿਲਾਂ ਪੜ੍ਹੀ ਹੁੰਦੀ ਆ। ਇਹ ਕੀ ਕਹਿੰਦੇ ਆ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟ ਅਬਾਊਟ ਦਾ ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਦੇ ਬਾਰੇ ਗੱਲ ਕਰਦੇ ਆ। ਦੈਨ ਯਾਦ ਰੱਖਣਾ ਵੀ ਪਾਰਟ ਤੀਸਰੇ ਦੇ ਵਿੱਚ ਆ ਆਰਟੀਕਲ 12 ਤੋਂ 35। ਇਹ ਤਾਂ ਮੈਂ ਤੁਹਾਨੂੰ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਪਾਰਟ ਤੇ ਸ਼ਡਿਊਲ ਤਾਂ ਤੁਹਾਨੂੰ ਮੈਂ ਉਹੀ ਰਟਾਤੇ ਵੀ ਆਹ ਚੀਜ਼ ਇੱਥੋਂ ਇੰਨੇ 'ਚ ਇੰਨੀ ਇਹਦੇ 'ਚ। ਹੁਣ 1 2 3 4 ਸਟੇਟਮੈਂਟ ਨੇ, ਇਹਨਾਂ ਨੇ ਪੁੱਛਿਆ ਕਰੈਕਟ ਆਨਸਰ। ਇਹ ਚੀਜ਼ ਨੂੰ ਪਹਿਲਾਂ ਤੁਸੀਂ ਉੱਪਰਲੀਆਂ ਸਟੇਟਮੈਂਟ ਪੜ੍ਹਨ ਤੋਂ ਪਹਿਲਾਂ ਇੱਥੇ ਨੋਟ ਕਰਨਾ ਹੁੰਦਾ ਵੀ ਇਹ ਆਪਣਾ ਕਰੈਕਟ ਪੁੱਛਦੇ ਆ, ਇਨਕਰੈਕਟ ਪੁੱਛਦੇ ਆ, ਜਾਂ ਫਿਰ ਕੀ ਪੁੱਛ ਰਹੇ ਆ। ਦੇ ਆਰ ਗਰੰਟੀ ਅਗੇਂਸਟ ਸਟੇਟ ਐਕਸ਼ਨ, ਬਿਲਕੁਲ ਸਹੀ ਆ। ਮਤਲਬ ਗਰੰਟੀ ਦਿੰਦੇ ਅਗੇਂਸਟ ਸਟੇਟ ਕੋਈ ਐਕਸ਼ਨ ਲੈਂਦੀ ਹੈ। ਸਟੇਟ ਦਾ ਮਤਲਬ ਇੱਥੇ ਇਹ ਨਹੀਂ ਹੁੰਦਾ ਵੀ ਇਕੱਲਾ ਆਪਣਾ ਰਾਜ ਹੁੰਦਾ, ਸਟੇਟ ਦਾ ਮਤਲਬ ਕੇਂਦਰ ਸਰਕਾਰ ਵੀ ਹੁੰਦਾ, ਆਪਣੀ ਜਿਹੜੀ ਵੀ ਅਥਾਰਟੀ ਹੁੰਦੀ ਆ ਹਰੇਕ ਨੂੰ, ਈਵਨ ਲੋਕਲ ਗਵਰਨਮੈਂਟ ਨੂੰ ਵੀ ਸਟੇਟ ਸ਼ਬਦ ਯੂਜ਼ ਕੀਤਾ ਜਾ ਸਕਦਾ। ਇਹਨੂੰ ਤੁਸੀਂ ਕਲੀਅਰ ਰੱਖਿਓ। ਦੇ ਆਰ ਗਰੰਟੀ ਅਗੇਂਸਟ ਸਟੇਟ ਐਕਸ਼ਨ ਪਹਿਲਾ ਪੁਆਇੰਟ ਬਿਲਕੁਲ ਸਹੀ ਆ। ਹੁਣ ਆਪਾਂ ਦੂਸਰੇ ਨੂੰ ਵੀ ਦੇਖ ਲੈਂਦੇ ਹਾਂ। ਦੇ ਆਰ ਇਨੋਮੀਨੇਟਰ ਇਨ ਪਾਰਟ 3 ਆਫ ਦਾ ਕੌਨਸਟੀਟਿਊਸ਼ਨ। ਮੈਂ ਤੁਹਾਨੂੰ ਹੁਣ ਦੱਸ ਕੇ ਹਟਿਆ ਵੀ ਇਹ ਕਿਹੜੇ ਆਪਣੇ ਪਾਰਟ ਦੇ ਵਿੱਚ ਆ, ਪਾਰਟ ਤੀਸਰੇ ਦੇ ਵਿੱਚ ਆ। ਤਾਂ ਦੂਸਰਾ ਪੁਆਇੰਟ ਵੀ ਬਿਲਕੁਲ ਆਪਣਾ ਕਰੈਕਟ ਹੋ ਗਿਆ। ਹੁਣ ਦੇਖੋ ਪਹਿਲਾ ਤੇ ਦੂਸਰਾ ਦੋਨੇ ਸਾਨੂੰ ਕਰੈਕਟ ਚਾਹੀਦੇ ਆ, ਤਾਂ ਇਹਦੇ ਵਿੱਚ ਪਹਿਲਾ ਹੈ ਨਹੀਂ, ਚੌਥੇ ਦੇ ਵਿੱਚ ਤਾਂ ਇਹ ਵੀ ਆਪਸ਼ਨ ਐਲੀਮੀਨੇਟ ਕਰੋ ਇਹਨੂੰ, ਅਤੇ ਤੀਸਰੇ ਦੇ ਵਿੱਚ ਦੂਸਰਾ ਹੈ ਨਹੀਂ, ਇਹਨੂੰ ਵੀ ਕਰ ਦਿਓ। ਇਹਦੇ 'ਚ ਪਹਿਲਾ ਹੈ ਨਹੀਂ, ਇਹ ਵੀ ਗਈ। ਤਾਂ ਦੇਖੋ ਇਹ ਤਾਂ ਜਿਹਨੂੰ ਦੋ ਆ ਵੀ ਇੰਨਾ ਕੁ ਜਿੰਨਾ ਮੈਂ ਤੁਹਾਨੂੰ ਹੁਣ ਦੱਸ ਚੁੱਕਿਆ, ਤਾਂ ਇੰਨਾ ਵੀ ਕਿਸੇ ਨੂੰ ਪਤਾ ਸੀ ਤਾਂ ਇਹ ਤੁਹਾਡਾ IAS ਦਾ ਕੁਐਸਚਨ ਆਇਆ ਵਾ ਬੱਚੇ, UPSC ਦਾ ਪੁੱਛਿਆ ਹੋਇਆ ਕੁਐਸਚਨ ਆ। ਦੇਖੋ ਜਿਹਨੇ ਤੁਸੀਂ ਇੰਨਾ ਕੁ ਵੀ ਸੁਣ ਲਿਆ ਧਿਆਨ ਦੇ ਨਾਲ, ਦੈਨ ਕਰੈਕਟ ਇਹ ਆਪਸ਼ਨ ਆ ਜਿਹੜੀ ਇਹਦਾ ਆਨਸਰ ਆ। ਕਲੀਅਰ ਨੇ ਬੱਚੇ? ਦੇਖੋ ਐਵੇਂ ਦੇ ਹੀ ਫੈਕਟ ਹੁੰਦੇ ਆ ਜਿਹੜੇ ਹੁਣ ਆ ਦੇਖੋ, ਦੇ ਆਰ ਅਨਲਾਈਕ ਬਿਲ ਆਫ ਰਾਈਟਸ ਇਨ USA ਦੇ ਵਿੱਚ ਬਿਲ ਆਫ ਰਾਈਟਸ ਹੀ ਆ, ਤਾਂ ਇਹ ਬਿਲਕੁਲ ਸਹੀ ਹੋ ਜਾਂਦੀ, ਪਰ ਇਹਨਾਂ ਨੇ ਅਨਲਾਈਕ ਲਿਖਿਆ ਤਾਂ ਕਰਕੇ ਚੌਥੀ ਆਪਸ਼ਨ ਸਹੀ ਨਹੀਂ ਹੈਗੀ। ਅਤੇ ਤੀਸਰੀ ਆਪਸ਼ਨ ਕੀ ਸੀ, ਦੇ ਇਨਸ਼ੋਰ ਸੋਸ਼ਲ ਇਕਨੋਮਿਕ ਐਂਡ ਪੋਲੀਟੀਕਲ ਜਸਟਿਸ, ਜਦ ਕਿ ਇਹ ਫੰਡਾਮੈਂਟਲ ਰਾਈਟ ਦੇ ਵਿੱਚ ਨਹੀਂ ਹੈਗੀ ਇਹ ਚੀਜ਼ ਆਪਣੇ ਜਿਹੜੀ ਆਪਾਂ ਕਰਦੇ ਹਾਂ। ਠੀਕ ਆ, ਤਾਂ ਇਹ ਆਪਣੇ 3 ਤਰ੍ਹਾਂ ਦੇ ਜਸਟਿਸ ਨੇ ਜਿਹੜੇ ਆਪਣੇ ਪ੍ਰੈਂਬਲ ਦੇ ਵਿੱਚ ਨੇ ਇਹ ਚੀਜ਼ਾਂ, ਤਾਂ ਕਰਕੇ ਇਹ ਚੀਜ਼ ਦੇ ਕਰਕੇ ਇਹਦੀਆਂ ਜਿਹੜੀਆਂ ਤੀਸਰੀ ਅਤੇ ਚੌਥੀ ਸਟੇਟਮੈਂਟ ਆ ਉਹ ਬਿਲਕੁਲ ਗਲਤ ਹੋ ਜਾਂਦੀ ਆ। ਪਹਿਲੀ ਦੂਸਰੀ ਸਟੇਟਮੈਂਟ ਬਿਲਕੁਲ ਸਹੀ ਆ। ਹੁਣ ਆਪਾਂ ਇਹਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਕਰ ਲੈਂਦੇ ਹਾਂ। ਦੇਖੋ ਬੱਚੇ, ਹੁਣ ਆਪਾਂ ਇਹਨਾਂ ਦੇ ਜਿਹੜੇ ਫੈਕਟ ਨੇ ਆਪਾਂ ਉਹਨਾਂ ਦੇ ਬਾਰੇ ਗੱਲ ਕਰ ਲੈਂਦੇ ਹਾਂ। ਠੀਕ ਆ, ਇਹਦਾ A ਆਨਸਰ ਸੀਗਾ ਜਿਹੜਾ ਬਿਲਕੁਲ ਕਰੈਕਟ ਆ। ਹੁਣ ਆਪਾਂ ਫੰਡਾਮੈਂਟਲ ਰਾਈਟਸ ਦੀ ਗੱਲ ਕਰੀਏ। ਫੰਡਾਮੈਂਟਲ ਰਾਈਟਸ ਨੇ ਜਿਹੜੇ ਆਪਣੇ ਸੰਵਿਧਾਨ ਦੇ ਪਾਰਟ 3 ਦੇ ਵਿੱਚ ਨੇ, ਆਰਟੀਕਲ 12 ਤੋਂ 35 ਤੱਕ ਆ। ਔਰ ਜਿਹੜਾ ਇਹਦਾ ਸੋਰਸ ਆ ਅਸੀਂ ਅਡੋਪਟ ਕਿੱਥੋਂ ਕੀਤੇ ਨੇ, USA ਬਿਲ ਆਫ ਰਾਈਟਸ, ਇਹਨੂੰ ਕਹਿੰਦੇ ਆ ਮੈਗਨਾ ਕਾਰਟਾ ਆਫ ਇੰਡੀਆ ਆਪਣੇ ਪਾਰਟ 3 ਨੂੰ। ਤਾਂ ਸੋਰਸ USA, ਆਰਟੀਕਲ 12 ਤੋਂ 35। ਬਾਕੀ ਇਹ ਨੇਚਰ ਦੇ ਵਿੱਚ ਜਸਟਿਸ ਏਬਲ ਨੇ, ਐਂਡ ਇਹ ਬਾਉਂਡਡ ਵੀ ਨੇ, ਸਭ ਨੂੰ ਮੰਨਣੇ ਜ਼ਰੂਰੀ ਨੇ। ਠੀਕ ਆ, ਤਾਂ ਪਹਿਲਾਂ ਸ਼ੁਰੂ ਦੇ ਵਿੱਚ 7 ਸੀਗੇ, ਬਟ 9 6
ਜਿਹੜਾ ਇੱਕ ਸੀਗਾ ਉਹਦੇ ਲਈ ਇਹਨਾਂ ਨੇ ਅਮੈਂਡਮੈਂਟ ਕੀਤੀ ਸੀਗੀ 44ਵੀਂ, ਇਹ ਹੋਈ ਸੀ 1978 ਦੇ ਵਿੱਚ। ਉਦੋਂ ਜਿਹੜਾ ਰਾਈਟ ਟੂ ਪ੍ਰੋਪਰਟੀ ਸੀ, ਯਾਨੀ ਕਿ ਸੰਪत्ति ਦਾ ਅਧਿਕਾਰ, ਰਾਈਟ ਟੂ ਪ੍ਰੋਪਰਟੀ, ਇਹਨੂੰ ਬਾਹਰ ਕੱਢ ਕੇ 300A ਦੇ ਵਿੱਚ ਰੱਖਤਾ ਅਤੇ ਇਦੋਂ ਬਾਅਦ ਇਹ ਹੁਣ ਹੋ ਗਿਆ ਲੀਗਲ ਰਾਈਟ। ਇਹਦੇ ਬਾਰੇ ਬਹੁਤ ਕੁਐਸਚਨ ਹੁੰਦੇ ਆ ਵੀ ਜਿਹੜਾ ਰਾਈਟ ਟੂ ਪ੍ਰੋਪਰਟੀ ਆ ਇਹ ਲੀਗਲ ਰਾਈਟ ਆ ਜਾਂ ਫਿਰ ਇਹ ਫੰਡਾਮੈਂਟਲ ਰਾਈਟ ਆ। ਦੇਖੋ ਇਨੀਸ਼ੀਅਲੀ ਆ ਜੇ ਤੁਹਾਨੂੰ ਤਾਂ ਉਦੋਂ ਤੁਸੀਂ ਕਹਿ ਸਕਦੇ ਹੋ ਵੀ ਇਹ ਫੰਡਾਮੈਂਟਲ ਰਾਈਟ ਹੈਗਾ ਸੀਗਾ, ਬਟ ਹੁਣ ਜੇ ਆਪਾਂ ਗੱਲ ਕਰੀਏ ਹੁਣ ਇਹ ਆਪਣੇ ਫੰਡਾਮੈਂਟਲ ਰਾਈਟ ਨਹੀਂਗਾ, ਹੁਣ ਇਹ ਲੀਗਲ ਰਾਈਟ ਆ। ਡਨ। ਤਾਂ ਇਹ 44ਵੀਂ ਸੋਧ ਦੇ ਨਾਲ ਇਹ ਚੀਜ਼ ਕਰਤੀ ਸੀ। ਬਾਕੀ ਹੁਣ ਆਪਾਂ ਜੇ ਗੱਲ ਕਰੀਏ ਆਪਣੇ ਕਿਹੜੇ ਕਿਹੜੇ ਨੇ, ਪਹਿਲਾਂ ਤਾਂ ਇਕੁਅਲਿਟੀ, ਸਮਾਨਤਾ ਦਾ ਅਧਿਕਾਰ, ਇਹਦੇ 'ਚ 14 ਤੋਂ 18 ਤੱਕ ਆਰਟੀਕਲ ਨੇ ਜਿਹੜੇ। ਫਿਰ ਇਸ ਤੋਂ ਬਾਅਦ ਫਰੀडम, ਇਹਦੇ 'ਚ 19 ਤੋਂ 22 ਤੱਕ ਨੇ। ਇਸ ਤੋਂ ਬਾਅਦ ਐਕਸਪਲੋਟੇਸ਼ਨ ਦਾ ਬਾਰੇ ਆ, ਮਤਲਬ ਕਿ ਜਿਹੜਾ ਸ਼ੋਸ਼ਣ ਹੁੰਦਾ, 23 ਅਤੇ 24 ਇਹਦੇ ਬਾਰੇ ਆ। ਇਸ ਤੋਂ ਬਾਅਦ ਰਿਲੀਜੀਅਸ ਧਰਮ ਦੇ ਬਾਰੇ, ਇਹਦੇ 'ਚ ਆਪਣਾ 25 ਤੋਂ ਲੈ ਕੇ 28। ਦੈਨ ਫਿਰ ਐਜੂਕੇਸ਼ਨ ਐਂਡ ਕਲਚਰ, ਇਹ 'ਚ 29 ਤੋਂ ਲੈ ਕੇ 30 ਤੱਕ। ਇਸ ਤੋਂ ਬਾਅਦ ਕੌਂਸਟੀਟਿਊਸ਼ਨਲ ਰੈਮਡੀਜ਼, ਆਰਟੀਕਲ 32। ਤਾਂ ਇਹ ਇੰਪੋਰਟੈਂਟ ਫੈਕਟ ਨੇ ਜਿਹੜੇ ਤੁਸੀਂ ਆ ਇੱਕ ਚਾਰਟ ਆ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਹੋਣਾ ਚਾਹੀਦਾ ਵੀ ਇਕੁਅਲਿਟੀ 14 ਤੋਂ 18, ਫਰੀडम 19 ਤੋਂ 22, ਐਕਸਪਲੋਟੇਸ਼ਨ 23 ਤੋਂ 24, ਰਿਲੀਜੀਅਸ 25 ਤੋਂ 28 ਅਤੇ ਇਸ ਤੋਂ ਬਾਅਦ ਆਪਣਾ ਐਜੂਕੇਸ਼ਨ ਐਂਡ ਕਲਚਰ 29 ਤੋਂ 30। ਜਿਹੜਾ 31 ਸੀ ਉਹ ਬਾਹਰ ਗਿਆ, 300A ਦੇ ਵਿੱਚ ਪਿਆ। ਔਰ ਇਸ ਤੋਂ ਬਾਅਦ ਜਿਹੜਾ 32 ਆ ਉਹ ਹੈਗਾ ਰਾਈਟ ਟੂ ਰੈਮਡੀਜ਼। ਮਤਲਬ ਇਹਦੇ ਨਾਲ ਅਸੀਂ ਕਿੱਥੇ ਜਾ ਸਕਦੇ ਹਾਂ, ਸੁਪਰੀਮ ਕੋਰਟ ਦੇ ਵਿੱਚ ਡਾਇਰੈਕਟ ਜਾ ਸਕਦੇ ਹਾਂ ਆਰਟੀਕਲ 32 ਦੇ ਥਰੂ। ਇਹ ਫੈਕਟ ਤੁਸੀਂ ਯਾਦ ਰੱਖਣਾ ਬੱਚੇ। ਹੁਣ ਆਰਟੀਕਲ 12 ਦੇ ਵਿੱਚ ਕੀ ਆ, ਦੇਖੋ ਆਪਾਂ ਪੜ੍ਹਨ ਲੱਗਦੇ ਹਾਂ ਜਦੋਂ, ਆਪਾਂ ਹਮੇਸ਼ਾ ਇਹਨਾਂ ਦੀ ਗੱਲਬਾਤ 14 ਤੋਂ ਲੈ ਕੇ 32 ਤੱਕ ਨਿਬੇੜ ਦਿੰਦੇ ਹਾਂ। ਅਤੇ ਜਿਹੜਾ ਆਰਟੀਕਲ 12 ਗਾ ਉਹ ਆਪਾਂ ਨਹੀਂ ਧਿਆਨ ਨਾਲ ਪੜ੍ਹਦੇ, 13 ਗਾ ਉਹਨੂੰ ਨਹੀਂ ਦੇਖਦੇ, ਆਪਾਂ ਸਿੱਧਾ 14 ਸਮਾਨਤਾ ਦੇ ਅਧਿਕਾਰ ਤੋਂ ਸਟਾਰਟ ਕਰ ਦਿੰਦੇ ਹਾਂ। ਆਰਟੀਕਲ 12 ਦੇ ਵਿੱਚ ਕੀ ਆ, ਡੈਫੀਨੇਸ਼ਨ ਆਫ ਸਟੇਟ ਆ। ਤਾਂ ਪਰਿਭਾਸ਼ਾ ਹੈਗੀ ਆ ਆਰਟੀਕਲ 36 ਦੇ ਵਿੱਚ ਵੀ ਉਹੀ ਆ ਜਿਵੇਂ ਕਿ ਆਪਣੇ ਇਹਦੇ ਵਿੱਚ 12 ਦੇ ਵਿੱਚ ਦੱਸੀ ਹੋਈ ਆ। ਠੀਕ ਆ, ਇਹਦੇ 'ਚ ਆਉਂਦਾ ਵੀ ਸੈਂਟਰ ਗਵਰਨਮੈਂਟ ਆ ਦਾ, ਚਾਹੇ ਐਗਜ਼ੀਕਿਊਟਿਵ ਆ, ਲੈਜਿਸਲੇਟਿਵ ਆ, ਸਟੇਟ ਦਾ ਵੀ ਸੇਮ ਆ, ਚਾਹੇ ਲੋਕਲ ਗਵਰਨਮੈਂਟ ਆ ਜਾਂ ਕੋਈ ਗਵਰਨਮੈਂਟ ਦੀ ਕੋਈ ਔਰਗਨਾਈਜੇਸ਼ਨ ਆ, LIC ਆ, UPSC ਆ, ਸੇਲ ਆ, UNGC ਆ, ਇਹ ਸਾਰੀਆਂ ਚੀਜ਼ਾਂ ਦੀ ਡੈਫੀਨੇਸ਼ਨਾਂ ਨੇ ਜਿਹੜੀਆਂ ਉਹ ਆਪਣੇ ਆਰਟੀਕਲ 12 ਦੇ ਵਿੱਚ ਦੱਸੀਆਂ ਹੋਈਆਂ ਨੇ। ਇਸ ਤੋਂ ਬਾਅਦ ਆਰਟੀਕਲ 13 ਗਾ, ਉਹਦੇ 'ਚ ਇਹ ਗੱਲ ਕਹਿੰਦਾ ਵੀ ਚਾਹੇ ਤਾਂ ਸੰਵਿਧਾਨ ਤੋਂ ਕੋਈ ਪਹਿਲਾਂ ਦੀ ਆ, ਮਤਲਬ ਸੰਵਿਧਾਨ ਤੋਂ ਪਹਿਲਾਂ ਦਾ ਕਾਨੂੰਨ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰੇ ਤਾਂ ਉਹਨੂੰ ਕੀ ਕਰਿਆ ਜਾਊਗਾ, ਖਤਮ ਕੀਤਾ ਜਾਊਗਾ। ਇਹ 13(1) ਕਹਿੰਦਾ। ਫਿਰ 13 ਦਾ ਦੂਸਰਾ ਕਲੌਜ਼ ਕੀ ਕਹਿੰਦਾ, ਪੋਸਟ ਕੌਨਸਟੀਟਿਊਸ਼ਨਲ ਲਾਅ, ਜੋ ਬਾਅਦ ਦਾ ਕਾਨੂੰਨ ਉਹ ਵੀ ਖਤਮ ਕਰ ਦਿੱਤਾ ਜਾਊਗਾ ਅਗਰ ਉਹ ਫੰਡਾਮੈਂਟਲ ਰਾਈਟਸ ਦੇ ਖਿਲਾਫ ਜਾ ਰਿਹਾ। ਅਤੇ ਜਿਹੜਾ ਇਹਦਾ 13ਵੇਂ ਦਾ ਤੀਸਰਾ ਫੈਕਟ ਆ, 13 ਦਾ ਸਬ ਕਲੌਜ਼ 3rd ਆ, ਉਹ ਵੈਰੀ ਇੰਪੋਰਟੈਂਟ ਆ। ਉਹਦੇ 'ਚ ਹੁੰਦਾ ਆਰਡੀਨੈਂਸ, ਨੋਟੀਫਿਕੇਸ਼ਨ, ਲਾਅ ਬਾਈ ਲਾਅ, ਰੂਲ, ਰੈਗੂਲੇਸ਼ਨ, ਪ੍ਰਥਾ, ਕੁਛ ਵੀ ਆ ਉਹਦੇ 'ਚ ਮੀਨਿੰਗ ਆਫ ਲਾਜ਼ ਨੇ ਤਾਂ ਉਹਨਾਂ ਨੂੰ ਵੀ ਖਤਮ ਕੀਤਾ ਜਾਊਗਾ। ਅਤੇ ਜਿਹੜਾ 13ਵੇਂ ਦਾ ਚੌਥਾ ਕਲੌਜ਼ ਆ ਉਹਨੂੰ ਬੱਚੇ ਐਡ ਕੀਤਾ ਗਿਆ ਸੀ ਬਾਅਦ ਦੇ ਵਿੱਚ, ਮੈਂ ਇਹਨੂੰ ਅਰੇਜ਼ ਕਰ ਰਿਹਾ, ਤੁਸੀਂ ਨੋਟ ਕਰ ਲਿਆ ਹੋਊਗਾ। ਜਿਹੜਾ 13ਵਾਂ ਗਾ, 13ਵੇਂ ਦਾ ਜਿਹੜਾ ਸਬ ਕਲੌਜ਼ 4th ਆ ਇਹਨੂੰ ਐਡ ਕੀਤਾ ਗਿਆ ਸੀਗਾ। ਅਮੈਂਡਮੈਂਟ ਹੋਈ ਸੀ 24ਵੀਂ ਅਮੈਂਡਮੈਂਟ, ਇਹ ਹੋਈ ਸੀ 1971 ਦੇ ਵਿੱਚ। ਠੀਕ ਆ, ਤਾਂ ਇਹਨੂੰ ਤੁਸੀਂ ਯਾਦ ਰੱਖਣਾ ਬੱਚੇ। ਜਦੋਂ ਇਹ ਅਮੈਂਡਮੈਂਟ ਕੀਤੀ ਇਹਦੇ ਨਾਲ ਕਿਹਾ ਵੀ ਆਰਟੀਕਲ 13 ਦੀ ਜਿਹੜੀ ਕੋਈ ਵੀ ਗੱਲ ਆ ਆਰਟੀਕਲ 368 ਦੇ ਉੱਤੇ ਨਹੀਂ ਲੱਗੂਗੀ। ਹੁਣ ਆਰਟੀਕਲ 368 ਕੀ ਕਹਿੰਦਾ, ਆਰਟੀਕਲ 368 ਇਹ ਗੱਲ ਕਹਿੰਦਾ ਵੀ ਜਦੋਂ ਸੰਵਿਧਾਨ ਦੇ ਵਿੱਚ ਆਪਾਂ ਕੋਈ ਵੀ ਅਮੈਂਡਮੈਂਟ ਕਰਨੀ ਆ, ਸੰਵਿਧਾਨ ਦੇ ਵਿੱਚ ਕੋਈ ਵੀ ਸੋਧ ਕਰਨੀ ਆ, ਉਹ ਕਿਹਦੇ ਦੁਆਰਾ ਕੀਤੀ ਜਾਂਦੀ ਆ, ਆਰਟੀਕਲ 368 ਦੇ ਅਕੋਰਡਿੰਗਲੀ ਉਹ ਚੀਜ਼ ਕੀਤੀ ਜਾਂਦੀ ਆ। ਤਾਂ ਆਰਟੀਕਲ 368 ਵੀ ਤੁਹਾਨੂੰ ਯਾਦ ਰੱਖਣਾ ਪਊਗਾ। ਓਕੇ, ਇਸ ਤੋਂ ਬਾਅਦ ਹੁਣ ਆਪਾਂ ਥੋੜ੍ਹਾ ਜਿਹਾ ਇਹਦਾ ਬੈਕਗਰਾਊਂਡ ਦੇਖ ਲਈਏ। ਜੇ ਆਪਾਂ ਹੁਣ ਫੰਡਾਮੈਂਟਲ ਰਾਈਟ ਦੀ ਗੱਲ ਕਰ ਹੀ ਰਹੇ ਹਾਂ ਤਾਂ ਥੋੜ੍ਹਾ ਜਿਹਾ ਆਪਾਂ ਇਹਦਾ ਬੈਕਗਰਾਊਂਡ ਵੱਲ ਵੀ ਝਾਤੀ ਮਾਰ ਲੈਂਦੇ ਹਾਂ। ਤਾਂ ਹੁਣ ਇਹ ਸਭ ਤੋਂ ਪਹਿਲਾਂ ਜਿਹੜੇ ਸਟਾਰਟ ਹੋਏ ਸੀ ਉਹ ਕਿੱਥੋਂ ਹੋਏ ਸੀ, ਇਹ ਹੋਏ ਸੀ ਬ੍ਰਿਟੇਨ ਦੇ ਵਿੱਚ। ਸਭ ਤੋਂ ਪਹਿਲਾਂ ਜਿਹੜੇ ਮੌਲਿਕ ਅਧਿਕਾਰ ਸ਼ੁਰੂ ਹੋਏ ਸੀ ਬਿਲਕੁਲ ਸਟਾਰਟਿੰਗ 'ਤੇ ਤਾਂ ਬ੍ਰਿਟੇਨ ਦੇ ਵਿੱਚ ਹੋਏ ਸੀ। ਕਦੋਂ, 1215 ਦੇ ਵਿੱਚ। ਉਦੋਂ ਰਾਜਾ ਸੀਗਾ ਉੱਥੇ ਜੌਹਨ, ਕਿੰਗ ਜੌਹਨ। ਇਹਨੇ ਮੇਗਨਾ ਕਾਰਟਾ ਦਾ ਨਾਂ ਦਿੱਤਾ। ਤਾਂ 1699 ਦੇ ਵਿੱਚ ਬਿੱਲ ਆਫ ਰਾਈਟਸ ਰੱਖਿਆ ਗਿਆ। 1699 ਦੇ ਵਿੱਚ ਬਿੱਲ ਆਫ ਰਾਈਟਸ ਰੱਖਿਆ ਗਿਆ। ਫਿਰ ਇਹ ਤੋਂ ਬਾਅਦ 1799 ਦੇਖੋ ਇਹ ਤੋਂ 100 ਸਾਲ ਬਾਅਦ ਫਿਰ ਇਹ ਫਰਾਂਸ ਦੇ ਵਿੱਚ। ਦੈਨ ਇਹ ਤੋਂ 2 ਸਾਲ ਬਾਅਦ USA ਨੇ ਸੰਵਿਧਾਨ ਦੇ ਵਿੱਚ ਸੋਧ ਕੀਤੀ ਅਤੇ ਐਡ ਕਰਤੇ ਇਹ ਚੀਜ਼। ਤਾਂ ਇਹ ਇਹਨਾਂ ਦਾ ਇੱਕ ਬੈਕਗਰਾਊਂਡ ਆ, ਇਹਨੂੰ ਤੁਸੀਂ ਯਾਦ ਰੱਖਣਾ।
ਹੁਣ ਦੇਖੋ ਬੱਚੇ, ਇਹਦੇ 'ਚ ਕੀ ਸੀਗਾ, ਜਦੋਂ ਲੈਂਡ ਰਿਫਾਰਮ ਐਕਟ ਸੀਗਾ ਉਹਦੇ 'ਚ ਸਰਕਾਰ ਜ਼ਮੀਨਾਂ ਲੈ ਰਹੀ ਸੀ, ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਫੰਡਾਮੈਂਟਲ ਰਾਈਟ ਦਾ ਹਨਨ ਹੋ ਰਿਹਾ, ਕਿਉਂਕਿ ਆਰਟੀਕਲ 31 ਸੀਗਾ ਜਿਹੜਾ, ਹੁਣ ਆਪਾਂ ਕਿਹਾ ਵੀ ਆਰਟੀਕਲ 31 ਆਪਾਂ ਵਿੱਚ ਨਹੀਂ ਪੜ੍ਹਦੇ, ਹੁਣ ਆਰਟੀਕਲ 31 ਨੂੰ ਕਿੱਥੇ ਰੱਖਤਾ, 44ਵੀਂ ਸੋਧ ਦੇ ਨਾਲ ਇਹਨੂੰ 300 ਏ ਦੇ ਵਿੱਚ ਪਾ ਕੇ ਕਿਹੜਾ ਰਾਈਟ ਕਰਤਾ, ਲੀਗਲ ਰਾਈਟ ਕਰਤਾ। ਇਹ ਪਹਿਲਾਂ ਕਿਹੜਾ ਸੀਗਾ, ਆਰਟੀਕਲ 31, ਹੁਣ ਇਹ 300 ਏ ਆ। ਤਾਂ ਜਦੋਂ 1951 ਦੇ ਵਿੱਚ ਤਾਂ ਸਰਕਾਰ ਜ਼ਮੀਨਾਂ ਲੈ ਰਹੀ ਸੀ, ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਉਹਨਾਂ ਦੇ ਰਾਈਟ ਟੂ ਪ੍ਰੋਪਰਟੀ ਦਾ ਤੁਸੀਂ ਹਨਨ ਕਰੀ ਜਾਂਦੇ ਹੋ, ਮਤਲਬ ਕਿ ਉਹਨਾਂ ਦਾ ਧੱਕਾ ਹੋ ਰਿਹਾ ਲੋਕਾਂ ਦੇ ਨਾਲ। ਤਾਂ ਫਿਰ ਇਹਨਾਂ ਨੇ ਕੀ ਕੀਤਾ, ਆਰਟੀਕਲ 31 ਦੇ ਵਿੱਚ ਫਸਟ ਅਮੈਂਡਮੈਂਟ ਕੀਤੀ 1951 ਦੇ ਵਿੱਚ। ਫਸਟ ਕੌਂਸਟੀਟਿਊਸ਼ਨਲ ਅਮੈਂਡਮੈਂਟ ਕਿੰਨੇ 'ਚ ਹੁੰਦੀ ਹੈ, 1951 ਦੇ ਵਿੱਚ ਹੁੰਦੀ ਹੈ ਬੱਚੇ, ਇਹਨੂੰ ਧਿਆਨ ਦੇ ਵਿੱਚ ਰੱਖਣਾ ਤੁਸੀਂ। ਤਾਂ ਉਦੋਂ ਕੀਤੀ। ਤਾਂ ਹੁਣ ਇਹਦੇ 'ਚ ਕੀ ਕਰਿਆ ਇਹਨਾਂ ਨੇ ਵੀ ਜਿਹੜਾ 31 ਏ ਆ, 31 ਏ 31 ਬੀ ਤਾਂ ਐਡ ਕਰੇ। ਤਾਂ ਇਹਦੇ 'ਚ ਇਹਨਾਂ ਨੇ ਕਿਹਾ ਵੀ ਜਿਹੜਾ ਆਰਟੀਕਲ 31 ਏ ਆ, ਇਹ 'ਚ ਆਰਟੀਕਲ 14 ਤੇ 19 ਦੇ ਅਨੁਸਾਰ ਆਰਟੀਕਲ 31 ਏ ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ, ਵੀ ਜਿਹੜਾ 31 ਏ ਆ ਇਹਨੂੰ 14 ਐਂਡ ਆਰਟੀਕਲ 19 ਦੇ ਨਾਲ ਮਤਲਬ ਲਿਮਟ ਨਹੀਂ ਕੀਤਾ ਜਾ ਸਕਦਾ, ਸੀਮਿਤ ਨਹੀਂ ਕੀਤਾ ਜਾ ਸਕਦਾ। ਤੇ ਜਿਹੜਾ 31 ਬੀ ਸੀ, ਇਹਦੇ 'ਚ ਇਹਨਾਂ ਨੇ ਕਿਹਾ ਜੋ ਕਾਨੂੰਨ ਅਨੁਸੂਚੀ 9 ਦੇ ਵਿੱਚ ਰੱਖੇ ਜਾਣਗੇ ਫੰਡਾਮੈਂਟਲ ਰਾਈਟਸ ਨੂੰ ਲੈ ਕੇ ਚੁਣੌਤੀ, ਉਹਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ। ਤਾਂ 31 ਬੀ ਦੇ ਵਿੱਚ ਕਹਿਤਾ ਵੀ ਜਿਹੜਾ ਕਾਨੂੰਨ ਇਹਦੇ ਵਿੱਚ ਰੱਖਤਾ ਉਹਨੂੰ ਮੁੜ ਕੇ ਚੁਣੌਤੀ ਨਹੀਂ ਕੀਤੀ ਜਾ ਸਕਦੀ, ਠੀਕ ਆ, ਮਤਲਬ ਕਿ ਚੈਲੰਜ ਨਹੀਂ ਕੀਤਾ ਜਾ ਸਕਦਾ। ਜਿਹੜਾ ਕਾਨੂੰਨ 9ਵੇਂ ਸ਼ਡਿਊਲ ਦੇ ਵਿੱਚ ਰੱਖਤਾ, 9th ਸ਼ਡਿਊਲ। ਹੁਣ ਆਪਾਂ ਕੱਲ੍ਹ 9th ਸ਼ਡਿਊਲ ਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ 1973 ਤੋਂ ਬਾਅਦ ਸੁਪਰੀਮ ਕੋਰਟ ਨੇ ਕਹਿਤਾ ਵੀ ਜਿਹੜੀ ਚੀਜ਼ ਵੀ ਇਹਦੇ 'ਚ ਪਾਈ ਗਈ ਆ ਉਹ ਜੁਡੀਸ਼ੀਅਲ ਰਿਵਿਊ ਦੇ ਦਾਇਰੇ ਦੇ ਵਿੱਚ ਆਊਗੀ। ਫਿਰ ਇਸ ਤੋਂ ਬਾਅਦ ਕਾਫੀ ਸਾਰੇ ਕੇਸ ਆਉਂਦੇ ਇਹਨਾਂ ਦੇ ਵਿੱਚ, ਜਿਵੇਂ ਸ਼ੰਕਰੀ ਪ੍ਰਸਾਦ ਕੇਸ 1951 ਦੇ ਵਿੱਚ ਆਉਂਦਾ। ਤਾਂ ਸੁਪਰੀਮ ਕੋਰਟ ਨੇ ਇਹਦੇ 'ਚ ਕਹਿਤਾ ਸੀ ਵੀ ਆਰਟੀਕਲ ਜਿਹੜਾ 13 ਦਾ ਸਬ ਕਲੋਜ਼ 3 ਆ, ਮੀਨਿੰਗ ਆਫ ਲਾਅ ਆ, ਉਹਦੇ ਵਿੱਚ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਨਹੀਂ ਲਿਖਿਆ। ਸਰਕਾਰ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੇ ਦੁਆਰਾ ਫੰਡਾਮੈਂਟਲ ਰਾਈਟ ਦੇ ਵਿੱਚ ਪਰਿਵਰਤਨ ਜਿਹੜਾ ਉਹ ਕਰ ਸਕਦੀ ਆ। ਤਾਂ ਉਦੋਂ ਇਹਨੇ ਇਹ ਕਹਿਤਾ। ਫਿਰ ਸੱਜਣ ਸਿੰਘ ਕੇਸ ਆਉਂਦਾ 1965 ਦੇ ਵਿੱਚ, ਫਿਰ ਸੁਪਰੀਮ ਕੋਰਟ ਨੇ ਫਿਰ ਵੀ ਸਰਕਾਰ ਦਾ ਹੀ ਪੱਖ ਲੈ ਲਿਆ। ਕੇਸਵਾਨੰਦ ਵਰਸਸ ਕੇਰਲਾ ਸਟੇਟ ਆਉਂਦਾ 13 ਜੱਜਾਂ ਦੀ ਬੈਂਚ ਵਾਲਾ, ਇਹਦੇ ਬਾਰੇ ਵੀ ਆਪਾਂ ਗੱਲ ਕਰ ਲਈ। ਤਾਂ ਗੋਲਖਨਾਥ ਦਾ ਕੇਸ 1967 ਦਾ ਆਇਆ, ਉਹ ਪੰਜਾਬ ਦਾ ਸੀਗਾ ਆਪਣੇ, ਉਹਦੇ 'ਚ ਇੱਕ ਜੱਜ 11 ਜੱਜਾਂ ਦੀ ਬੈਂਚ ਬਣੀ ਸੀ, 6-5 ਦੇ ਨਾਲ ਫੈਸਲਾ ਆਇਆ। ਕੇਸਵਾਨੰਦ ਦੇ ਵਿੱਚ 13 ਜੱਜਾਂ ਦੀ ਬੈਂਚ ਬਣਦੀ ਆ, ਗੋਲਖਨਾਥ ਦੇ ਵਿੱਚ 1967 ਦਾ ਕੇਸ ਆ ਪੰਜਾਬ ਦਾ, ਤਾਂ ਇਹਦੇ 'ਚ 11 ਜੱਜਾਂ ਦੀ ਬੈਂਚ ਬਣਦੀ ਆ, 6-5 ਦੇ ਨਾਲ ਇਹਦੇ 'ਚ ਫੈਸਲਾ ਆਇਆ। ਹੁਣ ਗੋਲਖਨਾਥ ਕੇਸ ਪੰਜਾਬ ਨਾਲ ਡੀਲ ਕਰਦਾ, ਇਹਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਸੁਣ ਲਿਓ। ਇਹਦੇ 'ਚ ਬਸ ਐਂ ਵੀ ਇੱਕ ਫੈਕਟ ਜਾਂ ਸਟੋਰੀ ਤੁਹਾਨੂੰ ਧਿਆਨ 'ਚ ਰਹਿ ਜੂਗੀ, ਤਾਂ ਕਦੇ ਆ ਗਿਆ ਤਾਂ ਲਿਖ ਸਕਦੇ ਹੋ। ਦੋ ਭਰਾ ਸੀਗੇ ਆਪਣੇ, ਹੈਨਰੀ ਐਂਡ ਵਿਲੀਅਮ, ਉਹਨਾਂ ਕੋਲੇ 500 ਏਕੜ ਜ਼ਮੀਨ ਸੀ। ਪੰਜਾਬ ਸਰਕਾਰ ਨੇ ਕਿਹਾ ਵੀ 30-30 ਏਕੜ ਰੱਖ ਲਓ, ਬਾਕੀ ਸਾਰੀ ਜ਼ਮੀਨ ਅਸੀਂ ਵੰਡਣੀ ਆ, ਮਤਲਬ ਕਿ ਸਾਨੂੰ ਦੇ ਦਿਓ। ਉਹਨਾਂ ਨੇ ਕਿਹਾ ਵੀ ਨਹੀਂ ਆਪਣੇ ਸਾਨੂੰ ਮਤਲਬ ਫੰਡਾਮੈਂਟਲ ਰਾਈਟ ਆ ਸਾਡਾ। ਤਾਂ ਇਸ ਵਿੱਚ ਆਰਟੀਕਲ 13(3) ਵਿੱਚ ਕੌਂਸਟੀਟਿਊਸ਼ਨ ਅਮੈਂਡਮੈਂਟ ਮੰਨਿਆ ਜਾਊਗਾ। ਤਾਂ ਇਹਦੇ 'ਚ ਗੋਲਖਨਾਥ ਕੇਸ ਦੇ ਵਿੱਚ ਕਹਿਤਾ ਸੀਗਾ ਇਹਨੂੰ ਲੈ ਕੇ, ਕੇਸ ਦੀ ਜ਼ਮੀਨ ਨੂੰ ਲੈ ਕੇ, ਇਸ ਦੇ ਅਨੁਸਾਰ ਵੀ ਮੌਲਿਕ ਅਧਿਕਾਰ ਚੇਂਜ ਨਹੀਂ ਹੋ ਸਕਦੇ। ਤਾਂ ਕਹਿਤਾ ਸੀ ਵੀ ਤੁਸੀਂ ਕੌਂਸਟੀਟਿਊਸ਼ਨ ਅਮੈਂਡਮੈਂਟ ਮੰਨਿਆ ਜਾਊਗਾ ਜੇ ਤੁਸੀਂ ਕਰੋਗੇ ਆਰਟੀਕਲ 3(3) ਦੇ ਵਿੱਚ। ਫਿਰ ਇਹ ਤੋਂ ਬਾਅਦ 24ਵੀਂ ਅਮੈਂਡਮੈਂਟ 1971 ਦੇ ਵਿੱਚ ਹੋਈ, ਆਰਟੀਕਲ ਜਿਹੜਾ 31 ਸੀ ਉਹਦੇ ਵਿੱਚ ਚੌਥਾ ਵੀ ਦਰਜ ਕਰਤਾ, ਠੀਕ ਆ। ਤਾਂ ਇਹ ਬੱਚੇ ਪੁਆਇੰਟ ਸੀਗੇ ਜਿਹੜੇ ਕੁਛ ਫੰਡਾਮੈਂਟਲ ਰਾਈਟ ਨੂੰ ਲੈ ਕੇ ਤੁਸੀਂ ਬੇਸਿਕ ਫੈਕਟ ਦੇਖਦੇ ਰਹਿੰਦੇ ਹੋ। ਇਸ ਤੋਂ ਬਾਅਦ ਇਹਦੇ ਬਾਰੇ ਕੇਸ ਤਾਂ ਬਹੁਤ ਨੇ, ਕਦੇ ਫੰਡਾਮੈਂਟਲ ਰਾਈਟ ਦੇ ਬਾਰੇ ਆਪਾਂ ਤੁਹਾਨੂੰ ਰਮੇਸ਼ ਥਾਪਰ ਮਦਰਾਸ, ਜਾਂ ਫਿਰ ਇਹ ਤੋਂ ਬਾਅਦ ਚੰਪਾਰਣ ਦੁਰਾਈ ਰਾਜਨ ਕੇਸ ਆ, ਸ਼ੰਕਰੀ ਪ੍ਰਸਾਦ ਆ, ਸੱਜਣ ਸਿੰਘ ਆ, ਗੋਲਖਨਾਥ ਆ, ਕੇਸਵਾਨੰਦ ਭਾਰਤੀ ਕੇਸ ਆ। ਬਾਕੀ ਜਿੰਨੀਆਂ ਇਹ ਸਾਰੇ ਕੇਸ ਹੋਏ ਨੇ, ਸਾਰਿਆਂ ਦੇ ਵਿੱਚ ਕੀ ਹੋਇਆ, ਕੀ ਸੁਪਰੀਮ ਕੋਰਟ ਨੇ ਕਿਹਾ, ਮੇਨਕਾ ਗਾਂਧੀ ਯੂਨੀਅਨ ਆਫ ਇੰਡੀਆ, ਮਿਨਰਵਾ ਮਿਲ ਕੇਸ ਆ, ਮਤਲਬ ਇਹ ਸਾਰੀਆਂ ਚੀਜ਼ਾਂ ਜਿੰਨੇ ਇੰਪੋਰਟੈਂਟ ਕੇਸ ਹੋਏ ਸੀ ਇਹਨਾਂ ਦੇ ਬਾਰੇ, ਠੀਕ ਆ। ਤਾਂ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ। ਆਪਾਂ ਫੰਡਾਮੈਂਟਲ ਰਾਈਟਸ ਦੇ ਬਾਰੇ ਇੱਥੇ ਤੱਕ ਗੱਲ ਰੱਖਦੇ ਹਾਂ। ਮੈਂ ਤੁਹਾਨੂੰ ਜਿੰਨਾ ਕੁ ਦੱਸਣਾ ਸੀ ਬੱਚੇ ਦੱਸਤਾ। ਬਾਕੀ ਜਿਵੇਂ ਆਰਟੀਕਲ 14-15 ਇਹਨਾਂ ਦੇ ਵਿੱਚ ਕੀ ਆ, ਉਹ ਮੈਂ ਤੁਹਾਨੂੰ ਇੱਕ ਟ੍ਰਿਕ ਦੇ ਮਾਧਿਅਮ ਦੇ ਵਿੱਚ ਇਸ ਤੋਂ ਬਾਅਦ ਕਿਸੇ ਅਗਲੀ ਪੋਲਿਟੀ ਦੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹ ਕਲੀਅਰ ਕਰਵਾ ਦੂੰਗਾ। ਓਕੇ, ਇਹ ਨਹੀਂ ਕਹਿਣਾ ਵੀ ਹਾਂ ਸਰ ਨੇ ਸਾਨੂੰ ਇੰਨਾ ਕੁ ਕਰਾ ਕੇ ਇਹ ਚੀਜ਼ ਛੱਡਤੀ, ਕਿਉਂਕਿ ਬੱਚੇ ਆਪਣਾ ਫਿਰ ਇਸੇ 'ਤੇ ਹੀ ਸਾਰਾ ਟਾਈਮ ਆਪਣਾ ਚਲਿਆ ਜਾਊਗਾ। ਤਾਂ ਅਗਲਾ ਕੁਐਸਚਨ ਦੇਖਦੇ ਆਪਾਂ, ਰਾਈਟ ਟੂ ਪ੍ਰੋਪਰਟੀ ਇਜ਼ ਆ। ਦੇਖੋ ਬੱਚੇ, ਇਹ ਹੁਣ ਜੇ ਤਾਂ ਇੱਥੇ ਪੁੱਛ ਲੈਂਦੇ ਵੀ ਸ਼ੁਰੂ ਤੇ ਕੀ ਸੀ, ਤਾਂ ਹੁਣ ਆਪਾਂ ਗੱਲ ਕਰਕੇ ਹਟਿਆ ਵੀ ਇਹ ਇੱਕ ਕੀ ਆ, ਲੀਗਲ ਰਾਈਟ ਆ, ਕਿਉਂਕਿ ਕੌਂਸਟੀਟਿਊਸ਼ਨਲ ਅਮੈਂਡਮੈਂਟ ਕੀਤੀ ਇਹਨਾਂ ਨੇ 44ਵੀਂ, ਦੈਨ ਇਹਨੂੰ 300 ਏ ਆਰਟੀਕਲ ਦੇ ਵਿੱਚ ਰੱਖਤਾ। 9 ਹੁਣ ਇਹ ਕੀ ਆ, ਇੱਕ ਲੀਗਲ ਰਾਈਟ ਆ। ਕਲੀਅਰ ਆ। ਇਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ, 9ਵਾਂ, ਦ ਆਈਡੀਆ ਆਫ ਦ ਇੰਡੀਆ ਇਜ਼ ਵੈਲਫੇਅਰ ਸਟੇਟ ਇਜ਼ ਫਾਊਂਡ ਇਨ। ਹੁਣ ਜਿਹੜਾ ਵੈਲਫੇਅਰ ਸਟੇਟ ਤਾਂ ਇਹ ਕਾਹਦੇ 'ਚ
ਚੀਜ਼ ਆਪਣੇ ਆਉਂਦੀ ਆ। ਤਾਂ ਦੇਖੋ ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਵੈਸੇ ਅਲੱਗ ਚੀਜ਼ ਆ ਬੱਚੇ। ਦੇਖੋ ਪ੍ਰੈਂਬਲ ਆਫ ਦਾ ਕੌਨਸਟੀਟਿਊਸ਼ਨ, ਇਹਦੇ ਵਿੱਚ ਵੀ ਵੈਲਫੇਅਰ ਸਟੇਟ ਆ, DPSP ਇਹਦੇ ਵਿੱਚ ਵੀ ਆ। ਤਾਂ A ਤੇ C ਆ ਦੋਨੋਂ ਨੇ, ਆ ਨਹੀਂ ਹੈਗਾ। ਤਾਂ ਇਹਦਾ ਕਰੈਕਟ ਆਨਸਰ ਕੀ ਆ? D ਆਪਸ਼ਨ ਬਿਲਕੁਲ ਇਹਦਾ ਕਰੈਕਟ ਆਨਸਰ ਆ। ਹੁਣ ਦੇਖੋ ਜੇ ਆਪਾਂ ਗੱਲ ਕਰੀਏ DPSP, ਤਾਂ DPSP ਆਪਣੇ ਸੰਵਿਧਾਨ ਦੇ ਕਿਹੜੇ ਪਾਰਟ ਦੇ ਵਿੱਚ ਆ? ਇਹ ਹੈਗਾ ਪਾਰਟ 4 ਦੇ ਵਿੱਚ। ਆਰਟੀਕਲ ਇਹਦੇ ਕਿੰਨੇ ਨੇ? 36 ਤੋਂ ਲੈ ਕੇ 51 ਤੱਕ। ਹੁਣ ਇਹਦੇ ਵਿੱਚ ਵੀ ਆਰਟੀਕਲ ਨੰਬਰ 38 ਜਿਹੜਾ ਕਿ ਗੱਲ ਕਰਦਾ ਵੈਲਫੇਅਰ ਸਟੇਟ ਦੀ। DPSP ਦੇ ਵਿੱਚੋਂ ਬੱਚੇ ਕੁਛ ਕੁ ਤਾਂ ਆਰਟੀਕਲ ਇਹੋ ਜਿਹੇ ਨੇ ਜਿਹੜੇ ਡਾਇਰੈਕਟ ਬਾਰ-ਬਾਰ ਉਹੀ ਆਈ ਜਾਂਦੇ ਆ। ਤਾਂ ਇਹਦੇ ਚੋਂ ਆਰਟੀਕਲ 38 ਵੈਲਫੇਅਰ ਸਟੇਟ ਦੀ ਗੱਲ ਕਰਦਾ, ਅਤੇ ਜਿਹੜਾ ਆਰਟੀਕਲ 39 ਆ, ਮੈਂ ਤੁਹਾਨੂੰ ਇਹ 'ਚ ਸਾਰੇ ਨਹੀਂ ਕਰਾਊਂਗਾ, ਜਿਹੜੇ ਇੰਪੋਰਟੈਂਟ ਹੋਣਗੇ। ਆਰਟੀਕਲ 39A ਇਹਨੂੰ ਜੋੜਿਆ ਗਿਆ ਸੀ 42ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ 1976, ਇਹਨੂੰ ਕਹਿੰਦੇ ਆ ਮਿਨੀ ਕੌਂਸਟੀਟਿਊਸ਼ਨ। ਹੁਣ ਇਹ ਅਮੈਂਡਮੈਂਟ ਤਾਂ ਨਹੀਂ ਤੁਸੀਂ ਭੁੱਲਦੇ, ਕਿਉਂਕਿ ਇਹ ਆਪਾਂ ਨੂੰ ਇੰਨੀ ਰਲ ਚੁੱਕੀ ਆ, ਰਟ ਗਈ। ਇਹਦੇ 'ਚ ਹੁੰਦਾ ਵੀ ਇਕੁਅਲ ਜਸਟਿਸ ਐਂਡ ਫ੍ਰੀ ਲੀਗਲ, ਮਤਲਬ ਇਨਸਾਫ ਸਾਰਿਆਂ ਨੂੰ ਬਰਾਬਰ ਮਿਲੂਗਾ, ਠੀਕ ਆ। ਇਸ ਤੋਂ ਬਾਅਦ ਆਰਟੀਕਲ ਜਿਹੜਾ 40 ਸੀਗਾ, ਇਹਦੇ ਬਾਰੇ ਵੀ ਆਪਾਂ ਪੰਚਾਇਤੀ ਰਾਜ ਦੇ ਵਿੱਚ ਗੱਲ ਕਰੀ ਸੀ। ਇਹਦੇ 'ਚ ਕਿਹਾ ਵੀ ਜਿਹੜੀ ਸਟੇਟ ਨੂੰ ਲੱਗੂਗਾ ਵੀ ਉਹ ਆਪਦੀ ਪੰਚਾਇਤ ਖੁਦ ਬਣਾ ਸਕਦੀ ਆ। ਹੋਰ ਇਹਦੇ 'ਚੋਂ ਇੱਕ ਆਰਟੀਕਲ ਆ 44, ਹੁਣ ਉਹ ਬੜਾ ਖਬਰਾਂ ਦੇ ਵਿੱਚ ਰਹਿੰਦਾ ਆਰਟੀਕਲ 44। ਹੁਣ ਆਰਟੀਕਲ 44 ਕਿਵੇਂ ਆਇਆ? ਕਿਉਂਕਿ ਇਹਦੇ ਵਿੱਚ ਲਿਖਿਆ ਗਿਆ ਸੀ ਯੂਨੀਫਾਰਮ ਸਿਵਲ ਕੋਡ, ਵੀ ਮਤਲਬ ਜਿਹੜੀ ਸਟੇਟ ਨੂੰ ਲੱਗੇ ਵੀ ਯੂਨੀਫਾਰਮ ਸਿਵਲ ਕੋਡ ਬਣਾਉਣਾ ਚਾਹੀਦਾ ਤਾਂ ਉਹ ਸਟੇਟ ਬਣਾ ਸਕਦੀ ਆ। ਜਿਵੇਂ ਕਿ ਹੁਣ ਗੋਆ ਆਲਰੇਡੀ ਬਣਾ ਚੁੱਕੀ ਆ। ਇਸ ਤੋਂ ਬਾਅਦ ਉੱਤਰਾਖੰਡ, ਆਈ ਥਿੰਕ ਉੱਤਰਾਖੰਡ ਦੀ ਤਿਆਰੀ ਚੱਲਦੀ ਆ। ਅਮਿਤ ਸ਼ਾਹ ਨੇ ਵੀ ਕਿਹਾ ਵੀ ਹੁਣ ਪੂਰੀ ਕੰਟਰੀ ਦੇ ਵਿੱਚ ਇਹਨਾਂ ਦਾ ਇਹੀ ਮੁੱਦਾ ਰਹਿ ਗਿਆ। ਬਾਕੀ ਉਹਨਾਂ ਦੇ ਜਿੰਨੇ ਮੈਨੀਫੈਸਟੋ ਦੇ ਵਿੱਚ ਵੱਡੇ ਵੱਡੇ ਟ੍ਰਿਪਲ ਤਲਾਕ ਵਾਲਾ ਸੀ, ਬਾਬਰੀ ਮਸਜਿਦ, ਅਯੋਧਿਆ ਵਾਲਾ ਮਸਲਾ ਸੀਗਾ, ਜੰਮੂ ਕਸ਼ਮੀਰ ਵਾਲਾ ਸੀ, ਤਾਂ ਉਹ ਉਹਨਾਂ ਨੇ ਕਲੀਅਰ ਕਰਤੇ। ਹੁਣ ਉਹਨਾਂ ਦਾ ਜਿਹੜਾ ਯੂਨੀਫਾਰਮ ਸਿਵਲ ਕੋਡ ਵਾਲਾ ਤਾਂ ਇਹ ਲਾਗੂ ਕਰਨਾ ਰਹਿ ਗਿਆ, ਵੀ ਮਤਲਬ ਸਾਰੇ ਇੱਕ ਹੀ ਕਾਨੂੰਨ ਦੇ ਨਾਲ ਦੇਖੇ ਜਾਣਗੇ। ਇਹ ਨਹੀਂ ਹੈਗਾ ਵੀ ਕਿਸੇ ਨੂੰ ਸੈਪਰੇਟਲੀ, ਕਾਨੂੰਨ ਦੇ ਸਾਹਮਣੇ ਹਰੇਕ ਚੀਜ਼ ਸਭ ਦੇ ਸਾਹਮਣੇ ਇੱਕੋ ਜਿਹਾ ਬਰਾਬਰ ਕੰਮ ਹੋਊਗਾ ਯੂਨੀਫਾਰਮ ਸਿਵਲ ਕੋਡ ਦੇ ਅਕੋਰਡਿੰਗਲੀ। ਤਾਂ ਹੁਣ ਇਹਦੀ ਤਿਆਰੀ ਚੱਲ ਰਹੀ ਆ। ਆਰਟੀਕਲ 44 ਦੇ ਵਿੱਚ ਇਹ ਚੀਜ਼ ਪਹਿਲਾਂ ਤੋਂ ਸੀ, ਤਾਂ ਕਰਕੇ ਇਹ ਆਉਣ ਦੇ ਚਾਂਸ ਥੋੜ੍ਹੇ ਜਿਹੇ ਵੱਧ ਨੇ। ਬਾਕੀ ਇਹਦੇ 'ਚ ਅਲੱਗ-ਅਲੱਗ ਸਿਸਟਮ ਆ। ਇੱਕ ਆਉਂਦਾ DPSP ਦੇ ਵਿੱਚ ਗਾਂਧੀਵਾਦੀ ਆਰਟੀਕਲਸ, ਠੀਕ ਆ, ਗਾਂਧੀਜ਼ਮ। ਇਹ 40 ਤੋਂ ਲੈ ਕੇ ਜਿਹੜੇ 48 ਤੱਕ ਆਰਟੀਕਲ ਨੇ, ਇਹਨਾਂ ਨੂੰ ਕਿਹਾ ਜਾਂਦਾ ਗਾਂਧੀਵਾਦੀ ਆਰਟੀਕਲ, ਜਿਹੜੇ ਮਤਲਬ ਕਿ ਉਹਨਾਂ ਦੀ ਸੋਚ ਅਪਰੋਚ ਨੂੰ ਫੋਲੋ ਕਰਦੇ ਆ। ਹੁਣ ਜਿਹੜਾ ਆਰਟੀਕਲ 41 ਆ, ਉਹਦੇ 'ਚ ਕੀ ਆ? ਰਾਈਟ ਟੂ ਵਰਕ, ਐਜੂਕੇਸ਼ਨ ਵਗੈਰਾ ਵਗੈਰਾ। ਜਿਹੜਾ 44 ਆ ਉਹਦੀ ਆਪਾਂ ਗੱਲ ਕਰ ਲਈ। ਇਸ ਤੋਂ ਬਾਅਦ ਇੱਕ ਹੈਗਾ ਆਰਟੀਕਲ 49। ਹੁਣ ਇਹਦੇ 'ਚ ਕੀ ਹੁੰਦਾ? ਮੋਨੂਮੈਂਟਸ ਹੁੰਦੇ ਆ। ਮੋਨੂਮੈਂਟਸ ਹੁੰਦੀਆਂ ਨੇ ਜਿਹੜੀਆਂ ਪੁਰਾਣੀਆਂ ਇਮਾਰਤਾਂ, ਬਿਲਡਿੰਗਾਂ ਹੁੰਦੀਆਂ ਨੇ, ਅਤੇ ਕੋਈ ਵੀ ਪਲੇਸ ਆ ਜਿਹੜੀ ਰਾਸ਼ਟਰੀ ਮਹੱਤਵ ਰੱਖਦੀ ਹੋਵੇ, ਰਾਸ਼ਟਰੀ ਮਹੱਤਤਾ ਹੋਵੇ, ਤਾਂ ਉਹਦੀ ਪ੍ਰੋਟੈਕਸ਼ਨ ਕਰਨੀ, ਠੀਕ ਆ। ਕੋਈ ਰਾਸ਼ਟਰੀ ਮਹੱਤਤਾ ਦੀ ਚੀਜ਼ ਆ, ਜਾਂ ਲਾਲ ਕਿਲ੍ਹਾ ਹੋ ਗਿਆ, ਜਾਂ ਕੋਈ ਹੋਰ ਰਾਸ਼ਟਰੀ ਮਹੱਤਤਾ ਦੀ ਚੀਜ਼ ਆ, ਉਹਨੂੰ ਆਰਟੀਕਲ 49 ਪ੍ਰੋਟੈਕਟ ਕਰੂਗਾ। ਔਰ ਇੱਕ ਆਰਟੀਕਲ 47, ਇਹਦੇ ਬਾਰੇ ਬੱਚੇ ਆ ਵੀ ਇੰਪੋਰਟੈਂਟ ਆ। ਆਰਟੀਕਲ 47 ਇਹ ਹੈਗਾ ਪਬਲਿਕ ਹੈਲਥ ਦੇ ਰਿਗਾਰਡਿੰਗ, ਜਿਵੇਂ ਕਿ ਦਾਰੂ ਵਗੈਰਾ 'ਤੇ ਰੋਕ ਲਾਉਣੀ, ਡਰਿੰਕਸ ਵਗੈਰਾ 'ਤੇ ਲਿਕੁਅਰ ਜਿੰਨੀਆਂ ਵੀ ਹੁੰਦੀਆਂ। ਤਾਂ ਇਹਦੇ 'ਚੋਂ ਕੁਐਸਚਨ ਬਹੁਤ ਹੁੰਦਾ ਇਹ ਵੀ ਆਰਟੀਕਲ 47 ਬਾਰੇ। ਇੱਕ ਆਰਟੀਕਲ 51, ਇੱਕ ਆਰਟੀਕਲ 44। ਹੁਣ ਜਿਹੜਾ ਆਰਟੀਕਲ ਇਹਦੇ 'ਚੋਂ 51 ਗਾ, ਉਹ ਕੀ ਕਹਿੰਦਾ ਵੀ ਪ੍ਰਮੋਸ਼ਨ ਆਫ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ, ਮਤਲਬ ਕਿ ਪੀਸ ਅਤੇ ਸਿਕਿਉਰਿਟੀ ਦੇ ਲਈ ਤੁਸੀਂ ਇੰਟਰਨੈਸ਼ਨਲ ਟ੍ਰੀਟੀ ਵੀ ਕਰ ਸਕਦੇ ਹੋ। ਇਹ ਆਰਟੀਕਲ 51 ਕਹਿੰਦਾ ਗਾ। ਡਨ। ਤਾਂ ਇਸ ਤੋਂ ਬਾਅਦ ਇਹਦੇ ਬਾਰੇ ਬਸ ਇੰਨੇ ਫੈਕਟ ਤੁਸੀਂ ਕਰ ਲਿਓ ਬੱਚੇ। 10ਵਾਂ ਕੁਐਸਚਨ ਦੇਖੋ, ਆਈਡੈਂਟੀਫਾਈ ਦਾ ਆਈਟਮਸ ਇਨਕਲੂਡਡ ਇਨ ਦਾ DPSP। ਹੁਣ DPSP ਦੇ ਬਾਰੇ ਇਹ ਪੁਆਇੰਟ ਨੇ, ਤਾਂ ਇਹਦੇ 'ਚੋਂ ਇਹਨਾਂ ਨੇ ਕੀ ਪੁੱਛਿਆ, ਤਾਂ ਤੁਸੀਂ ਪਹਿਲਾਂ ਇੱਥੋਂ ਪੜ੍ਹਨਾ। ਇਹ ਕਰੈਕਟ ਆਨਸਰ ਪੁੱਛ ਰਹੇ ਆ, ਆਪਾਂ ਦੇਖਾਂਗੇ ਇਹਦੇ 'ਚ। ਮੈਂ ਚਲੋ ਇਹਦੇ ਬੱਚੇ ਹੁਣ ਤਾਂ DPSP ਦੇ ਬਾਰੇ ਮੈਂ ਤੁਹਾਨੂੰ ਸਾਰੇ ਪੁਆਇੰਟ ਤਕਰੀਬਨ ਦੱਸ ਹੀ ਚੁੱਕਿਆ। ਤਾਂ ਇਹਦੇ 'ਚ ਦੇਖੋ ਪ੍ਰੋਹਿਬਿਸ਼ਨ ਆਫ ਦਾ ਅਨਟਚੇਬਿਲਟੀ, ਇਹ ਆਪਣੇ ਫੰਡਾਮੈਂਟਲ ਰਾਈਟ ਦੇ ਵਿੱਚ ਆ, DPSP ਦੇ ਵਿੱਚ ਨਹੀਂ ਹੈਗਾ। ਚੌਥੀ ਆਪਸ਼ਨ ਇਹਦੇ 'ਚ ਇਹ ਵੀ ਕੱਟ ਦਿਓ। ਤਾਂ ਹੁਣ ਪ੍ਰੋਹਿਬਿਸ਼ਨ ਆਫ ਵੈਗਰ ਔਰ ਫੋਰਸ ਲੇਬਰ, ਠੀਕ ਆ। ਅਤੇ ਜਿਹੜੀ ਇਹ ਵਾਲੀ ਆਪਸ਼ਨ ਆ, ਇਹ ਵੀ ਇਹਦੇ 'ਚ ਨਹੀਂ ਹੈਗੀ, ਕਿਉਂਕਿ ਇਹ ਵੀ ਆਪਣੇ ਫੰਡਾਮੈਂਟਲ ਰਾਈਟ ਦੇ ਵਿੱਚ ਹੀ ਤਕਰੀਬਨ ਆ ਜਾਂਦੀ ਆ। ਦੈਨ ਤੀਸਰੀ ਆਪਸ਼ਨ ਆ, ਇਹ ਵੀ ਕੱਟ ਦਿਓ। ਹੁਣ 2 ਆਪਸ਼ਨਾਂ ਗਈਆਂ, ਹੁਣ ਬਚੀ ਪਹਿਲੀ ਅਤੇ ਦੂਸਰੀ। ਪ੍ਰੋਹਿਬਿਸ਼ਨ ਆਫ ਇੰਪਲੋਇਮੈਂਟ ਆਫ ਚਿਲਡਰਨ ਇਨ ਫੈਕਟਰੀਜ਼ ਔਰ ਮਾਈਨਸ। ਹੁਣ ਜਿਹੜਾ ਦੂਸਰਾ, ਇਹ ਵੀ ਆਪਣਾ ਇਹਦੇ 'ਚ ਨਹੀਂ ਆਉਂਦਾ, ਤਾਂ ਦੂਸਰਾ ਇਹਦੇ 'ਚ ਆ ਗਿਆ, ਇਹ ਵੀ ਗਿਆ। ਤਾਂ ਓਨਲੀ ਇੱਕ ਆਪਸ਼ਨ ਆ ਜਿਹੜੀ ਸੀ ਕਰੈਕਟ ਆਨਸਰ ਆ, ਪ੍ਰੋਹਿਬਿਸ਼ਨ ਆਫ ਕੰਜਪਸ਼ਨ। ਤਾਂ ਬੱਚੇ
ਇਹਦਾ ਕਰੈਕਟ ਆਨਸਰ ਇਹ ਵਾਲਾ ਬਣਦਾ। ਬਾਕੀ ਜਿਹੜਾ ਚਿਲਡਰਨ ਫੈਕਟਰੀਜ਼ ਵਾਲਾ ਇਹ 24 ਆਰਟੀਕਲ ਦੇ ਵਿੱਚ ਆ, ਜਿਹੜਾ ਜ਼ਬਰਦਸਤੀ ਵਾਲਾ ਇਹ ਆਰਟੀਕਲ 23 ਦੇ ਵਿੱਚ ਆ, ਅਨਟੱਚੇਬਿਲਟੀ ਆਰਟੀਕਲ 17 ਦੇ ਵਿੱਚ ਆ, ਯਾਨੀ ਕਿ ਇਹ ਆਪਣੇ ਫੰਡਾਮੈਂਟਲ ਰਾਈਟਸ ਦੇ ਵਿੱਚ ਆਉਂਦਾ। ਇਸ ਤੋਂ ਬਾਅਦ ਅੱਜ ਦੀ ਵੀਡੀਓ ਦਾ ਆਪਣਾ ਬਿਲਕੁਲ ਬੱਚੇ ਲਾਸਟ ਕੁਐਸਚਨ ਆ, ਵੀਡੀਓ ਆਲਰੇਡੀ ਬਹੁਤ ਲੰਬੀ ਹੋ ਚੁੱਕੀ ਆ। ਹਾਊ ਮੈਨੀ ਫੰਡਾਮੈਂਟਲ ਡਿਊਟੀਜ਼ ਆਰ ਦੇਅਰ ਇਨ ਇੰਡੀਅਨ ਕੌਨਸਟੀਟਿਊਸ਼ਨ। ਦੇਖੋ ਫੰਡਾਮੈਂਟਲ ਰਾਈਟ ਵੀ ਆਪਾਂ ਤਕਰੀਬਨ ਖਤਮ ਕਰ ਲਿਆ, 80% ਹੋ ਗਏ, 20% ਉਹਦੇ ਫੈਕਟ ਨੇ ਜਿਹੜੇ ਆਪਾਂ ਇੱਕ ਅੱਧੀ ਵੀਡੀਓ ਦੇ ਵਿੱਚ ਕਵਰ ਕਰਵਾ ਦਾਂਗੇ। DPSP ਆਪਾਂ ਕਵਰ ਕਰ ਲਿਆ, ਨਾਲ ਹੀ ਆਪਣਾ ਸਿਟੀਜ਼ਨਸ਼ਿਪ ਹੋ ਗਿਆ, ਯੂਨੀਅਨ ਟੈਰੀਟਰੀ ਹੋ ਗਿਆ, ਤਾਂ ਬੱਚੇ ਸ਼ਡਿਊਲ ਆਪਣੇ ਹੋ ਗਏ। ਇਸ ਤੋਂ ਬਾਅਦ ਆਪਣਾ DPSP ਕਰ ਲਿਆ ਆਪਾਂ। ਫੰਡਾਮੈਂਟਲ ਡਿਊਟੀਜ਼ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਦੱਸਿਆ ਹੋਇਆ ਵੀ ਕਿੰਨੀਆਂ ਨੇ, ਕਿਹੜੀ ਐਡ ਕੀਤੀ ਗਈ ਆ। ਪਰ ਕੱਲ੍ਹ ਨੂੰ ਜਦੋਂ ਇਹਦਾ ਮੈਂ ਆਨਸਰ ਦਊਂਗਾ ਤੁਹਾਨੂੰ ਬੱਚੇ ਵੀਡੀਓ ਦੇ ਜਦੋਂ ਆਪਣੀ ਕੱਲ੍ਹ ਨੂੰ ਵੀਡੀਓ ਸਟਾਰਟ ਹੋਊਗੀ ਉਹਦੇ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਇਹਦਾ ਕਰੈਕਟ ਆਨਸਰ ਆ ਉਹ ਦੇਵਾਂਗਾ, ਜਾਂ ਫਿਰ ਟੈਲੀਗ੍ਰਾਮ ਦੇ ਉੱਤੇ ਇਹਦਾ ਆਨਸਰ ਪ੍ਰੋਵਾਈਡ ਕਰਵਾਇਆ ਜਾਊਗਾ। ਤੁਸੀਂ ਟੈਲੀਗ੍ਰਾਮ ਦਾ ਚੈਨਲ ਜੁਆਇਨ ਕਰ ਲਿਓ, ਲਿੰਕ ਤੁਹਾਨੂੰ ਉਹਦਾ ਵੀ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕੀਤਾ ਜਾਊਗਾ। ਜਿਹੜਾ ਕੁਐਸਚਨ ਆਪਾਂ ਤੁਹਾਨੂੰ ਸਟਾਰਟਿੰਗ ਦੇ ਉੱਤੇ ਕਰੰਟ ਦਾ ਕੀਤਾ ਸੀ ਉਹਦਾ ਆਨਸਰ ਵੀ ਮੈਂ ਤੁਹਾਨੂੰ ਹੁਣੇ ਪ੍ਰੋਵਾਈਡ ਕਰਵਾਵਾਂਗਾ। ਜਿਹੜਿਆਂ ਨੂੰ ਬੱਚੇ ਵੀਡੀਓ ਚੰਗੀ ਲੱਗੀ, ਕੰਟੈਂਟ ਪਸੰਦ ਆਇਆ ਔਰ ਸਮਝ ਲੱਗਿਆ, ਬਾਕੀ ਪੜ੍ਹ ਕੇ ਕੁਛ ਲੱਗਦਾ ਵੀ ਤੁਸੀਂ ਕੁਛ ਨਿਊ ਸਿੱਖਿਆ, ਤਾਂ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਕੇ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ। ਔਰ ਦੇਖੋ ਇਹਦਾ ਆਨਸਰ ਤੁਸੀਂ ਦੇਣਾ ਵੀ ਕਿਹੜਾ ਸੀ, ਤੇ ਜਿਹੜਾ ਆਪਾਂ ਕੁਐਸਚਨ ਸਟਾਰਟਿੰਗ ਦੇ ਉੱਤੇ ਰੱਖਿਆ ਸੀ ਤਾਂ ਉਹਦੇ ਬਾਰੇ ਆਪਾਂ ਦੇਖ ਲੈਂਦੇ ਹਾਂ। ਇਹਦਾ ਬੱਚੇ ਸੀਗਾ ਵੀਰ ਕੁੰਵਰ ਸਿੰਘ, ਠੀਕ ਆ, ਤਾਂ ਇਹਦਾ ਕਰੈਕਟ ਆਨਸਰ ਸੀਗਾ ਇਹ। ਤਾਂ ਹੁਣ ਜਿਹੜਾ ਕੁਐਸਚਨ ਤੁਹਾਨੂੰ ਪੁੱਛਿਆ ਗਿਆ ਉਹਦਾ ਕਰੈਕਟ ਆਨਸਰ ਤੁਸੀਂ ਦੱਸਣਾ। ਜਿਹੜੇ ਨਵੇਂ ਆ ਬੱਚੇ ਉਹ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ, ਔਰ ਟੈਲੀਗ੍ਰਾਮ ਚੈਨਲ ਦਾ ਲਿੰਕ ਵੀ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਜਾਊਗਾ, ਤੁਸੀਂ ਉਹਨੂੰ ਵੀ ਜੁਆਇਨ ਕਰਿਓ। ਵੀਡੀਓ ਦੇਖਣ ਦੇ ਲਈ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।